ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1374 ਤੇ 1374 ਉੱਤੋਂ ਦੂਸਰੀ ਪੰਕਤੀ ਹੈ 178 ਨੰਬਰ ਤੋਂ ਬਾਅਦ। ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇ, ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇ। ਕਬੀਰ ਸਾਹਿਬ ਕਿ ਜਿਵੇਂ ਉਦੈ ਹੁੰਦਾ ਚੜ੍ਹਨਾ, ਜਿਵੇਂ ਸੂਰਜ ਚੰਨ ਚੜ੍ਹਦੇ ਨੇ ਫਿਰ ਛਿਪ ਜਾਂਦੇ ਨੇ, ਇਸ ਤਰ੍ਹਾਂ ਮਨੁੱਖਾ ਦੇਹ ਦੇਹੀ ਹੈ। ਮਨੁੱਖ ਪੈਦਾ ਹੋਇਆ ਕੁਝ ਸਾਲਾਂ ਬਾਅਦ ਮਰ ਜਾਂਦਾ ਹੈ, ਇਹ ਦੇਹੀ ਖਤਮ ਹੋ ਜਾਂਦੀ ਹੈ। ਜਿਵੇਂ ਸੂਰਜ ਚੰਨ ਚੜ੍ਹੇ ਕੁਝ ਘੰਟਿਆਂ ਬਾਅਦ ਛਿਪ ਗਏ, ਇਸ ਤਰ੍ਹਾਂ ਇਹ ਦੇਹੀ ਹੈ, ਇਹਨੇ ਵੀ ਸਦਾ ਨਹੀਂ ਰਹਿਣਾ। ਅੱਜ ਹੈ ਕੱਲ੍ਹ ਨੂੰ ਨਹੀਂ ਹੈ। ਇਹ ਮਨੁੱਖਾ ਦੇਹੀ ਦੀ ਮਹਾਨਤਾ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇ। ਮਨੁੱਖਾ ਦੇਹੀ ਦੇ ਵਿੱਚ ਜਿਹੜਾ ਬੰਦਾ ਪਰਮਾਤਮਾ ਨੂੰ ਨਹੀਂ ਮਿਲਿਆ, ਇਸ ਦੇਹੀ ਨੇ ਤਾਂ ਪਲਟ ਕੇ ਫਿਰ ਮਿੱਟੀ ਹੋ ਜਾਣਾ ਹੈ। ਇਹ ਮਿੱਟੀ ਦੀ ਬਣੀ ਹੋਈ ਦੇਹੀ ਹੈ, ਇਹਨੇ ਫਿਰ ਮਿੱਟੀ ਹੋ ਜਾਣਾ। ਇਸ ਲਈ ਜਿੰਨਾ ਚਿਰ ਮਨੁੱਖਾ ਜੀਵਨ ਮਿਲਿਆ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ, ਨਹੀਂ ਤੇ ਮਿੱਟੀ ਦੀ ਤਰ੍ਹਾਂ ਹੈ, ਇਹਦੀ ਕੋਈ ਕੀਮਤ ਨਹੀਂ ਹੈ। ਜਿਵੇਂ ਮਨੁੱਖ ਦੀ ਕੀਮਤ ਉਹਦੇ ਗੁਣਾਂ ਕਾਰਨ ਹੁੰਦੀ ਹੈ, ਗੁਣਾਂ ਕਰਕੇ ਮਨੁੱਖ ਨੂੰ ਜਾਣਿਆ ਜਾਂਦਾ, ਯਾਦ ਰੱਖਿਆ ਜਾਂਦਾ। ਕਹਿੰਦੇ ਬੰਦੇ ਨੂੰ ਕੋਈ ਨਹੀਂ ਰੋਂਦਾ, ਉਸ ਤੋਂ ਜਿਹੜੇ ਲਾਭ ਸਨ ਪਰਿਵਾਰ ਨੂੰ ਉਸ ਕਰਕੇ ਰੋਂਦਾ। ਪਰਿਵਾਰ ਇਸ ਲਈ ਰੋਂਦਾ, ਬੰਦੇ ਨੂੰ ਕੋਈ ਨਹੀਂ ਰੋਂਦਾ। ਹੁਣ ਜੇ ਬੰਦਾ ਬਹੁਤ ਬੁੱਢਾ ਹੋ ਜਾਂਦਾ ਹੈ, ਕੋਈ ਆਪਣੀ ਕਿਰਿਆ ਨਹੀਂ ਕਰ ਸਕਦਾ, ਪਰਿਵਾਰ ਦਾ ਉਸ 'ਤੇ ਖਰਚਾ ਹੋਣਾ ਸ਼ੁਰੂ ਹੋ ਜਾਂਦਾ ਹੈ, ਪਰਿਵਾਰ ਨੂੰ ਉਹ ਸਾਂਭਣਾ ਪੈਂਦਾ ਹੈ। ਜਦੋਂ ਮਰਦਾ ਹੈ ਤਾਂ ਕੋਈ ਨਹੀਂ ਦੂਰ ਹੁੰਦਾ। ਲੋਕ ਵਿਖਾਵਤ 5-10 ਮਿੰਟ ਵਾਲੀ ਕਰਤਾ ਵੀ ਹਾਂਜੀ ਰੋਣਾ, ਉਹਨੂੰ ਨਹੀਂ ਰੋਂਦੇ ਕੋਈ, ਕਿਉਂ? ਹੁਣ ਉਸ ਤੋਂ ਫਾਇਦੇ ਕੋਈ ਨਹੀਂ। ਮਨੁੱਖ ਤਾਂ ਉਹਦੇ ਤੋਂ ਜੋ ਲਾਭ ਨੇ ਇਸ ਕਰਕੇ ਉਹਨੂੰ ਯਾਦ ਰੱਖਿਆ ਜਾਂਦਾ ਹੈ। ਗੁਰ ਗੋਬਿੰਦ ਕੇ ਬਿਨ ਮਿਲੇ, ਜੇ ਇਸ ਮਨੁੱਖਾ ਸਰੀਰ 'ਚ ਰਹਿੰਦਿਆਂ ਹੋਇਆਂ ਅਸੀਂ ਪਰਮਾਤਮਾ ਨੂੰ ਨਹੀਂ ਮਿਲੇ ਤਾਂ ਫਿਰ ਜੈਸੇ ਆਏ ਜੈਸੇ ਨਾ ਆਏ, ਕਿ ਇਸ ਸਰੀਰ ਦਾ ਇੱਕ ਦਿਨ ਖੇ ਹੋ ਜਾਣਾ, ਮਿੱਟੀ ਹੋ ਜਾਣਾ। ਸੋ ਸਮਝਾਇਆ ਕਬੀਰ ਸਾਹਿਬ ਨੇ ਵੀ ਜਿਵੇਂ ਸੂਰਜ ਅਤੇ ਚੰਨ ਦਾ ਚਾਨਣ ਸਦਾ ਨਹੀਂ ਰਹਿੰਦਾ, ਉਹ ਵੀ ਛਿਪ ਜਾਂਦੇ ਨੇ, ਇਸ ਤਰ੍ਹਾਂ ਸਰੀਰ ਵੀ ਸਦਾ ਨਹੀਂ ਰਹਿਣਾ, ਇਹਨੇ ਇੱਕ ਦਿਨ ਮਿੱਟੀ ਹੋ ਜਾਣਾ ਹੈ। ਇਸ ਲਈ ਪਰਮਾਤਮਾ ਦਾ ਨਾਮ ਜਪ ਲੈਣਾ ਚਾਹੀਦਾ ਜਿੰਨਾ ਸਮਾਂ ਵੀ ਮਿਲਿਆ ਹੋਇਆ ਹੈ, ਤਾਂ ਜੇ ਇਸ ਮਨੁੱਖਾ ਦੇਹੀ ਦਾ ਕੋਈ ਲਾਭ ਹੋ ਜਾਏ। ਜਹ ਅਨ ਭਉ ਤਹ ਭੈ ਨਹੀਂ, ਜਹ ਭਉ ਤਹ ਹਰ ਨਾਹੀਂ, ਕਹਿਓ ਕਬੀਰ ਵਿਚਾਰ ਕੈ ਸੰਤ ਸੁਨੋ ਮਨ ਮਾਹੀ। ਹਿੰਦੀ ਦਾ ਪੂਰਾ ਸ਼ਬਦ ਹੈ ਜਹਾਂ, ਉਸ ਤੋਂ ਛੋਟਾ ਬਣਾਇਆ ਜਹ। ਜਿਵੇਂ ਇੰਗਲਿਸ਼ 'ਚ ਪੂਰਾ ਸ਼ਬਦ ਹੈ ਡਾਕਟਰ, ਉਹ ਤੋਂ ਛੋਟਾ ਬਣਾਇਆ DR ਲਿਖ ਕੇ ਫੁੱਲ ਸਟਾਪ ਲਾ ਦੇ। ਪੂਰਾ ਲਿਖਿਆ DR ਲਿਖਿਆ ਫੁੱਲ ਸਟਾਪ ਲਾਤਾ। ਪੜ੍ਹਨ ਵਾਲਾ ਉਸ ਨੂੰ DR ਫੁੱਲ ਸਟਾਪ ਨਹੀਂ ਪੜ੍ਹਦਾ, ਪੜ੍ਹਨ ਵਾਲਾ ਉਸ ਨੂੰ ਡਾਕਟਰ ਪੜ੍ਹਦਾ। ਪੂਰਾ ਸ਼ਬਦ ਹੈ ਮਿਸਟਰ, MR ਲਿਖ ਕੇ ਫੁੱਲ ਸਟਾਪ ਲਾ ਦੇਣ ਤਾਂ ਪੜ੍ਹਨ ਵਾਲੇ ਨੂੰ ਆਪੇ ਪੜ੍ਹਦਾ ਮਿਸਟਰ। ਪੂਰਾ ਸ਼ਬਦ ਹੈ ਮਿਸਟਰੈਸ, ਉਹ ਤੋਂ ਛੋਟਾ ਬਣਾਇਆ MRS ਫੁੱਲ ਸਟਾਪ। ਜਦੋਂ ਪੜ੍ਹੇਗਾ ਅਗਲਾ ਕਹਿੰਦਾ ਇਹ ਮਿਸਟਰੈਸ ਹੈ। ਇਸੇ ਤਰ੍ਹਾਂ ਪੂਰਾ ਸ਼ਬਦ ਹੈ ਜਹਾਂ,
ਉਸ ਤੋਂ ਛੋਟਾ ਬਣਾਏ ਜਹ, ਪੂਰਾ ਸ਼ਬਦ ਹੈ ਤਹੂੰ, ਉਸ ਤੋਂ ਛੋਟਾ ਬਣਿਆ ਤਹ। ਜਹ ਅਨਭਉ ਤਹ ਭੈ ਨਹੀਂ। ਅਨਭਉ ਹੁੰਦਾ ਪਰਮਾਤਮਾ ਦਾ ਗਿਆਨ, ਰੱਬੀ ਗਿਆਨ ਨੂੰ ਅਨਭਉ ਕਹਿੰਦੇ ਨੇ। ਬ੍ਰਹਮ ਗਿਆਨ ਨੂੰ ਵੀ ਅਨਭਉ ਕਹਿੰਦੇ ਨੇ। ਜਹ ਅਨਭਉ, ਜਿੱਥੇ ਰੱਬੀ ਗਿਆਨ ਹੈ ਤਹ ਭੈ ਨਹੀਂ, ਉੱਥੇ ਕੋਈ ਡਰ ਨਹੀਂ। ਬ੍ਰਹਮ ਗਿਆਨੀ ਨੂੰ ਕੋਈ ਡਰ ਨਹੀਂ ਲੱਗਦਾ, ਕਿਉਂਕਿ ਉਹਨੂੰ ਰੱਬ ਦਾ ਗਿਆਨ ਹੈ, ਇਸ ਲਈ ਉੱਥੇ ਕੋਈ ਡਰ ਨਹੀਂ। ਅਸੀਂ ਅਗਿਆਨੀ ਹਾਂ, ਇਸ ਲਈ ਡਰਦੇ ਰਹਿੰਦੇ ਹਾਂ ਧਿਰ ਤੋਂ। ਅਸੀਂ ਅਗਿਆਨੀ ਹਾਂ। ਇੱਕ ਤਾਂ ਆਹ ਗਿਆਨ ਹੈ ਜਿਹੜਾ ਮੈਨੂੰ ਤੁਹਾਨੂੰ ਹੈ। ਜਦੋਂ ਸਿਮਰਨ ਕਰ 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 ਕਰਕੇ ਇਹੀ ਗਿਆਨ ਸਾਨੂੰ ਅੰਦਰੋਂ ਪ੍ਰਾਪਤ ਹੋ ਜਾਏਗਾ, ਉਹਨੂੰ ਕਹਿੰਦੇ ਅਨੁਭਵ। ਉਹ ਹੋਏਗਾ ਅਨੁਭਵ, ਆਪਣਾ ਗਿਆਨ। ਹੁਣ ਤਾਂ ਮੇਰੇ ਕੋਲ ਗੁਰੂ ਦਾ ਗਿਆਨ ਹੈ। ਗੁਰੂ ਦੇ ਗਿਆਨ ਦੀ ਵਰਤੋਂ ਕਰ ਕਰਕੇ ਆਪਣੇ ਗਿਆਨ ਤੱਕ ਪਹੁੰਚਣਾ ਹੈ। ਗੁਰੂ ਦਾ ਗਿਆਨ ਸਾਡੀ ਮਦਦ ਕਰਦਾ ਹੈ ਕਿ ਹੇ ਇਨਸਾਨ, ਤੂੰ ਆਪਣੇ ਅੰਦਰੋਂ ਇਹੀ ਗਿਆਨ ਪ੍ਰਾਪਤ ਕਰਨਾ। ਜਦੋਂ ਸਾਡਾ ਜੀਵਨ ਗੁਰਬਾਣੀ ਅਨੁਸਾਰ ਹੋ ਜਾਏਗਾ, ਇਹੀ ਗਿਆਨ ਸਾਡੇ ਅੰਦਰ ਫੁੱਟ ਪਏਗਾ। ਇਸ ਲਈ ਸੰਸਾਰ ਦੇ ਜਿੰਨੇ ਵੀ ਬ੍ਰਹਮ ਗਿਆਨੀ ਨੇ, ਸਾਰਿਆਂ ਦੇ ਇੱਕੋ ਜਿਹੇ ਵਿਚਾਰ ਹੁੰਦੇ ਨੇ, ਕਿਉਂਕਿ ਸਾਰਿਆਂ ਨੂੰ ਬ੍ਰਹਮ ਦਾ ਗਿਆਨ ਹੋ ਗਿਆ। ਜਿਨ੍ਹਾਂ ਨੂੰ ਰੱਬ ਦਾ ਗਿਆਨ ਹੋ ਜਾਂਦਾ ਹੈ, ਉਹਨਾਂ ਦੇ ਆਪਸੀ ਵਿਚਾਰ ਮਿਲਦੇ ਹਨ। ਬ੍ਰਹਮ ਗਿਆਨੀਆਂ 'ਚ ਕੋਈ ਵਖਰੇਵਾਂ ਨਹੀਂ ਹੁੰਦਾ, ਵੀ ਇਹ ਹਿੰਦੂ ਹੈ ਜੀ, ਇਹ ਸਿੱਖ ਹੈ ਜਾਂ ਮੁਸਲਮਾਨ ਹੈ ਜਾਂ ਈਸਾਈ ਹੈ। ਕਈ ਸਾਲਾਂ ਦੀ ਗੱਲ ਹੈ, ਇੱਥੇ ਹੀ ਆਪਾਂ ਜਿਹੜਾ ਹੈ ਕੀਰਤਨ ਕਥਾ ਕਰਿਆ ਕਰਦੇ ਸੀ। ਦਸਮ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਕੀਰਤਨ ਚੱਲ ਰਿਹਾ। ਦਸਮ ਪਾਤਸ਼ਾਹ ਆਏ, ਧਰਤੀ ਤੋਂ 6 ਇੰਚ ਉੱਚਾ ਉਹ ਬੈਠ ਗਏ ਨੇ, ਧਰਤੀ ਨੂੰ ਟੱਚ ਨਹੀਂ ਕਰ ਰਹੇ, ਬੈਠੇ ਨੇ। ਕਿਉਂਕਿ ਨਾ ਸੂਖਸ਼ਮ ਰੂਪ 'ਚ ਆਉਣਾ ਹੁੰਦਾ, ਸਥੂਲ ਰੂਪ ਤਾਂ 1708 ਈਸਵੀ ਖਤਮ ਹੋ ਗਿਆ ਸੀ। ਕੁਝ ਸਮੇਂ ਬਾਅਦ ਕ੍ਰਿਸ਼ਨ ਮਹਾਰਾਜ ਆ ਗਏ। ਦਸਮ ਪਾਤਸ਼ਾਹ ਉੱਠੇ, ਦੋਨਾਂ ਨੇ ਇੱਕ ਦੂਜੇ ਨੂੰ ਜੱਫੀ ਪਾਈ। ਮੈਂ ਦੱਸ, ਅਸੀਂ ਉਈਓ ਹੀ ਇੱਕ ਦੂਜੇ ਨਾਲ ਲੜੀ ਜਾਂਦੇ ਹਾਂ। ਹਿੰਦੂ, ਸਿੱਖ, ਮੁਸਲਮਾਨ, ਈਸਾਈ ਆਪਸ 'ਚ ਲੜੀ ਜਾਂਦੇ ਨੇ। ਮੈਂ ਦੋਨੋਂ ਦੇਖ ਬ੍ਰਹਮ ਗਿਆਨੀ ਨੇ, ਦੋਨੋਂ ਬ੍ਰਹਮ ਗਿਆਨੀ ਨੇ ਆਪਸ ਜੱਫੀ ਪਾ ਕੇ ਮਿਲ ਰਹੇ ਨੇ। ਕ੍ਰਿਸ਼ਨ ਮਹਾਰਾਜ ਨੇ ਵਧਾਈ ਦਿੱਤੀ ਦਸਮ ਪਾਤਸ਼ਾਹ ਨੂੰ। ਅੱਧਾ ਕੁ ਮਿੰਟੋਂ ਬੈਠੇ, ਫਿਰ ਉਹਨਾਂ ਤੋਂ ਅੱਗੇ ਲੈ ਕੇ ਚਲੇ ਗਏ। ਕਿਉਂ? ਉਹ ਵੀ ਬ੍ਰਹਮ ਗਿਆਨੀ, ਉਹ ਵੀ ਬ੍ਰਹਮ ਗਿਆਨੀ। ਜਦੋਂ ਵਿਚਾਰ ਹੀ ਇੱਕੋ ਨੇ ਤਾਂ ਫਿਰ ਦੋਸਤੀ ਤਾਂ ਹੋਏਗੀ ਹੋਏਗੀ, ਰਹਿੰਦੇ ਵੀ ਇਕੱਠੇ ਹੀ ਹੋਣਗੇ। ਜਿੰਨੇ ਬ੍ਰਹਮ ਗਿਆਨੀ ਨੇ ਸਾਰੇ ਸੱਚਖੰਡ 'ਚ ਉਹਦੇ ਇਕੱਠੇ ਹੀ ਰਹਿੰਦੇ ਹੋਣਗੇ ਨਾ, ਤਾਂ ਹੀ ਅਗਲੇ ਵਧਾਈ ਦੇਣ ਆਏ ਨਾ, ਵੀ ਤੁਹਾਡਾ ਪ੍ਰਕਾਸ਼ ਦਿਹਾੜਾ ਮਨਾਇਆ ਰਹੇ, ਵਧਾਈਆਂ ਤੁਹਾਨੂੰ। ਸੋ ਇਸ ਲਈ ਜਿੱਥੇ ਅਨਭਉ ਹੁੰਦਾ ਹੈ, ਜਿੱਥੇ ਰੱਬੀ ਗਿਆਨ ਹੁੰਦਾ ਹੈ, ਉੱਥੇ ਭੈ ਸੰਸਾਰਕ ਡਰ ਨਹੀਂ ਰਹਿੰਦਾ। ਜਿਹੇ ਭਉ, ਜਿੱਥੇ ਸੰਸਾਰੀ ਡਰਨ ਤਹਿ ਹਰ ਨਾਹੀਂ, ਉੱਥੇ ਫਿਰ ਹਰੀ ਨਹੀਂ ਹੈ। ਜਿੱਥੇ ਸੰਸਾਰਕ ਡਰ ਹੈ, ਉੱਥੇ ਪਰਮਾਤਮਾ ਨਹੀਂ ਹੈ, ਅਤੇ ਜਿੱਥੇ ਪਰਮਾਤਮਾ ਹੈ, ਉੱਥੇ ਸੰਸਾਰਕ ਡਰ ਨਹੀਂ ਹੁੰਦਾ। ਆ ਜਿੰਨੇ ਸਾਡੇ ਸ਼ਹੀਦ ਹੋਏ ਜਾਂ ਹੋਰ ਕੌਮਾਂ 'ਚ ਹੋਏ, ਬੜੇ ਤਸੀਹੇ ਦਿੱਤੇ, ਬੜੇ ਉਹਨਾਂ 'ਤੇ ਜ਼ੁਲਮ ਕੀਤੇ ਗਏ, ਪਰ ਉਹ ਨਹੀਂ ਡਰੇ, ਨਹੀਂ ਡਰੇ। ਕਿਉਂ? ਉਹਨਾਂ ਦੇ ਅੰਦਰ ਰੱਬੀ ਡਰ ਸੀ। ਬਾਣੀ ਕਿ ਜਿਹੜਾ ਰੱਬ ਤੋਂ ਡਰਦਾ ਹੈ, ਉਹ ਕਿਸੇ ਤੋਂ ਨਹੀਂ ਡਰਦਾ, ਅਤੇ ਜਿਹੜਾ ਰੱਬ ਤੋਂ ਨਹੀਂ ਡਰਦਾ, ਉਹ ਧਿਰ ਤੋਂ ਡਰਦਾ। ਜਿਹੜਾ ਰੱਬ ਤੋਂ ਡਰਦਾ ਹੈ, ਉਹ ਕਿਸੇ ਬੰਦੇ ਤੋਂ ਨਹੀਂ ਡਰਦਾ, ਪਰ ਜਿਹੜਾ ਰੱਬ ਤੋਂ ਨਹੀਂ ਡਰਦਾ, ਉਹ ਧਿਰ ਤੋਂ ਡਰਦਾ ਹੈ। ਅਤੇ ਰੱਬ ਤੋਂ ਡਰਨ ਦਾ ਜਦੋਂ
ਅਵਸਥਾ ਆ ਜਾਏਗੀ, ਫਿਰ ਹੀ ਜਾ ਕੇ ਗੱਲ ਬਣੇਗੀ। ਕੋਈ ਰੱਬ ਤੋਂ ਨਹੀਂ ਡਰ ਰਿਹਾ ਹੈਗਾ, ਨਾ ਕੋਈ ਗੁਰੂ ਤੋਂ ਡਰਦਾ, ਨਾ ਕੋਈ ਰੱਬ ਤੋਂ ਡਰਦਾ। ਜਿਹੜੇ ਗੁਰਦੁਆਰੇ 'ਚ ਕੰਮ ਕਰਨ ਉਹਨਾਂ ਉਹ ਗੁਰੂ ਤੋਂ ਡਰਦੇ ਨੇ। ਆਮ ਲੋਕਾਂ ਤਾਂ ਕੀ ਡਰਨਾ ਸੀ। ਉਹ ਤਾਂ ਸਗੋਂ ਉਹ ਹੋ ਗਏ ਨੀਅਰਰ ਦਾ ਚਰਚ, ਫਾਰਦਰ ਫਰੋਮ ਗੋਡ। ਜਿੰਨਾ ਚਰਚ ਦੇ ਨੇੜੇ ਉਨਾ ਹੀ ਰੱਬ ਤੋਂ ਦੂਰ। ਕਈ ਵਾਰੀ ਐਵੇਂ ਹੁੰਦਾ, ਇਹ ਕੋਈ ਜ਼ਰੂਰੀ ਨਹੀਂ ਹੁਣ ਮੈਂ ਸਭ ਤੋਂ ਨੇੜੇ ਗੁਰੂ ਗ੍ਰੰਥ 'ਤੇ ਬੈਠਾ। ਇਹ ਤਾਂ ਨਹੀਂ ਹੈ ਕਿ ਮੈਂ ਵਾਕਈ ਨੇੜੇ ਹਾਂ, ਇਹ ਤਾਂ ਸਰੀਰ ਕਰਕੇ ਨੇੜੇ। ਜਦੋਂ ਮੈਂ ਮਨ ਕਰਕੇ ਨੇੜੇ ਹੋਵਾਂਗਾ ਸਮਝੋ ਉਦੋਂ ਮੈਂ ਨੇੜੇ ਹਾਂ। ਗੁਰੂ ਘਰ 'ਚ ਮਨ ਦੀ ਹਾਜ਼ਰੀ ਦੀ ਜ਼ਿਆਦਾ ਮਹਾਨਤਾ ਸਰੀਰਕ ਹਾਜ਼ਰੀ ਨਾਲ। ਦਸਮ ਪਾਤਸ਼ਾਹ ਜਦੋਂ ਸਾਰੇ ਯੁੱਧ ਸਮਾਪਤ ਕਰਕੇ ਦਮਦਮਾ ਸਾਹਿਬ ਆ ਕੇ ਇੱਥੇ ਆ ਕੇ ਕੁਝ ਸਮਾਂ ਠਹਿਰੇ। ਸਿੱਖ ਇੱਕ ਦਿਨ ਕਹਿੰਦੇ ਉੱਥੇ ਨਾ ਪੁਤਲੀਆਂ ਦਾ ਤਮਾਸ਼ਾ ਵਿਖਾਉਣ ਲੱਗ ਗਿਆ ਦਮਦਮਾ ਸਾਹਿਬ। ਕੋਈ ਸਿੱਖ ਕਹਿੰਦੇ ਮਹਾਰਾਜ ਜੀ ਬੜੀ ਦੇਰ ਹੋ ਗਈ ਹੈ, ਕਦੇ ਹੱਸੇ ਨਹੀਂ ਹੈਗੇ, ਕਦੇ ਕੋਈ ਤਮਾਸ਼ਾ ਨਹੀਂ ਵੇਖਿਆ, ਸਾਨੂੰ ਤਮਾਸ਼ਾ ਵੇਖਣ ਦੀ ਆਗਿਆ ਬਖਸ਼ੋ। ਗੁਰੂ ਮਹਾਰਾਜ ਕਹਿੰਦੇ ਭਾਈ ਅਜੇ ਖਤਰਾ ਟਲਿਆ ਨਹੀਂ ਹੈਗਾ। ਧਮਕੀਆਂ ਜਿਹੜੀਆਂ ਨੇ ਸਰਹੰਦ ਦੇ ਨਵਾਬ ਦੀਆਂ ਆਉਂਦੀਆਂ ਰਹਿੰਦੀਆਂ ਭਾਈ ਡੱਲੇ ਨੂੰ, ਖਤਰਾ ਨਹੀਂ ਅਜੇ ਟਲਿਆ। ਨਹੀਂ ਜੀ ਐਡੀ ਦੂਰ ਆਪਾਂ ਆ ਗਏ, ਆਪਾਂ ਉਹਦੇ ਰਾਜ ਤੋਂ ਹੀ ਬਾਹਰ ਆ ਗਏ। ਉਹਦੇ ਇੱਥੇ ਰਾਜ ਹੀ ਨਹੀਂ, ਆਪਾਂ ਨੂੰ ਕਦੇ ਡਰ ਹੈ। ਚਲੋ ਗੁਰੂ ਮਹਾਰਾਜ ਕੇ ਚੰਗਾ ਪਏ ਵੇਖਿਆ। ਕੁਝ ਤਮਾਸ਼ਾ ਵੇਖਣ ਚਲੇ ਗਏ, ਕੁਝ ਪਹਿਰੇ 'ਤੇ ਰਹਿ ਗਏ ਰਾਤ ਨੂੰ, ਰਾਤ ਦਾ ਸਮੇਂ। ਜਿਹੜੇ ਤੇ ਤਮਾਸ਼ਾ ਵੇਖ ਰਹੇ ਸਨ, ਭਾਵੇਂ ਤਮਾਸ਼ਾ ਵੇਖ ਰਹੇ ਨੇ, ਪਰ ਮੈਂ ਮਨ 'ਚ ਕਹਿ ਰਿਹਾ ਵੀ ਜੇ ਗੁਰੂ ਮਹਾਰਾਜ ਨਾਲ ਕੋਈ ਭਾਣਾ ਵਰਤ ਗਿਆ ਨਾ, ਅਸੀਂ ਲੋਕਾਂ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹਾਂਗੇ। ਵੀ ਤੁਹਾਨੂੰ ਤਮਾਸ਼ੇ ਸੁੱਝੇ ਨੇ। ਜਿਹੜੇ ਪਹਿਰੇ 'ਤੇ ਬੈਠੇ ਸਨ ਉਹ ਕਹਿੰਦੇ ਕਿੰਨੇ ਇੱਥੇ ਆਉਣਾ ਸੀ, ਤਮਾਸ਼ੇ ਵੇਖ ਆਉਂਦੇ। ਜਿਹੜੇ ਪਹਿਰੇ 'ਤੇ ਸਨ ਉਹਨਾਂ ਦਾ ਮਨ ਤਮਾਸ਼ੇ ਵਿੱਚ ਸੀ, ਅਤੇ ਜਿਹੜੇ ਤਮਾਸ਼ਾ ਵੇਖਣ ਗਏ ਸਨ ਉਹਨਾਂ ਦਾ ਮਨ ਗੁਰੂ ਦੇ ਵਿੱਚ ਸੀ। ਅਗਲੇ ਦਿਨ ਗੁਰੂ ਮਹਾਰਾਜ ਨੇ ਦੋਨਾਂ ਪਾਰਟੀਆਂ ਸੱਦ ਲਈਆਂ। ਕਹਿੰਦੇ ਵੀ ਇੱਧਰ ਉਹ ਬਹਿ ਜਾਓ ਜਿਹੜੇ ਰਾਤੀ ਪਹਿਰੇ 'ਤੇ ਸਨ, ਇੱਧਰ ਉਹ ਬਹਿ ਜਾਓ ਜਿਹੜੇ ਤਮਾਸ਼ਾ ਵੇਖਣ ਗਏ ਸਨ। ਗਿਣਤੀ ਕਰ ਲਈ ਤਮਾਸ਼ਾ ਵੇਖਣ ਵਾਲੇ ਦੀ। ਇੱਕ ਸਿੱਖ ਨੂੰ ਕਹਿੰਦੇ ਵੀ ਇੰਨੇ ਸਰੋਪੇ ਲੈ ਕੇ ਆ। ਜਿਹੜੇ ਤਮਾਸ਼ਾ ਵੇਖਣ ਗਏ ਸੀ ਉਹਨਾਂ ਦੇ ਗਲ 'ਚ ਸਰੋਪੇ ਪਾਤੇ। ਦੂਜੇ ਕਹਿੰਦੇ ਮਹਾਰਾਜ ਇਹ ਕੀ ਗੱਲ, ਇਹ ਤਾਂ ਨਾਲੇ ਤਮਾਸ਼ਾ ਵੇਖ ਕੇ ਤੁਸੀਂ ਸਰੋਪੇ ਦਿੱਤੇ, ਅਸੀਂ ਪਹਿਰੇ 'ਤੇ ਸਾਨੂੰ ਦਿੱਤੇ ਹੀ ਨਹੀਂ। ਕਹਿੰਦੇ ਗੁਰਮੁਖੋ ਤੁਸੀਂ ਪਹਿਰੇ 'ਤੇ ਅਸੀਂ ਸਰੀਰ ਕਰਕੇ, ਪਰ ਤੁਹਾਡਾ ਮਨ ਤਮਾਸ਼ੇ ਵਿੱਚ ਸੀ। ਇਹ ਭਾਵੇਂ ਤਮਾਸ਼ਾ ਵੇਖ ਰਹੇ ਸਨ ਪਰ ਇਹਨਾਂ ਦਾ ਮਨ ਸਾਡੇ ਵਿੱਚ ਸੀ। ਇਸ ਲਈ ਸਾਨੂੰ ਮਨ ਦੀ ਹਾਜ਼ਰੀ ਜ਼ਿਆਦਾ ਜ਼ਰੂਰੀ ਲੱਗਦੀ ਹੈ। ਇਸ ਲਈ ਅਸੀਂ ਇਹਨਾਂ ਨੂੰ ਸਰੋਪੇ ਦਿੱਤੇ ਨੇ ਕਿ ਤੁਸੀਂ ਮਾਨਸਿਕ ਤੌਰ 'ਤੇ ਸਾਡੇ ਕੋਲ ਹਾਜ਼ਰ ਸੀ। ਸਰੀਰ ਦੀ ਹਾਜ਼ਰੀ ਸੌਖੀ ਹੁੰਦੀ ਹੈ, ਮਨ ਦੀ ਹਾਜ਼ਰੀ ਤਾਂ ਬਹੁਤ ਔਖੀ ਹੈ। 1971 ਦਾ ਮੈਂ ਲੱਗਿਆ ਹੋਇਆ, ਅਜੇ ਮਨ ਪਾਠ ਜਾਂ ਸਿਮਰਨ 'ਚ ਪੂਰੀ ਤਰ੍ਹਾਂ ਟਿਕਦਾ ਹੀ ਨਹੀਂ ਹੈ। ਮਨ ਨਹੀਂ ਹਾਜ਼ਰ ਰਹਿੰਦਾ। ਬਾਣੀ ਗੁਰੂ ਹੈ, ਹੁਣ ਮਨ ਗੁਰੂ 'ਚ ਹੀ ਨਹੀਂ ਲੱਗ ਰਿਹਾ ਹੈ ਤਾਂ ਮਤਲਬ ਗੱਲ ਨਹੀਂ ਬਣਦੀ। ਠੀਕ ਹੈ, ਸਰੀਰ ਬੈਠਾ, ਸਰੀਰ ਕੋਲ ਗੁਟਕਾ ਹੈ, ਉਹ ਪਾਠ ਕਰ ਰਿਹਾ, ਸਰੀਰ ਦਾ ਪਾਠ ਕਰ ਰਿਹਾ, ਪਰ ਮਨ ਕਦੇ ਕਿਤੇ ਚਲੇ ਜਾਂਦਾ, ਕਦੇ ਕਿਤੇ ਚਲੇ ਜਾਂਦਾ। ਇਸ ਲਈ ਗੱਲ ਬਣਦੀ ਨਹੀਂ। ਹੁਣ ਜਦੋਂ ਗੁਰੂ ਨਾਨਕ ਦੇਵ ਵੇਈਂ ਨਦੀ 'ਚੋਂ ਨਿਕਲੇ ਤਾਂ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਕਹਿੰਦੇ ਨਾ ਹਿੰਦੂ ਨਾ ਮੁਸਲਮਾਨ, ਚਲੋ ਸਾਡਾ ਮਸੀਤ 'ਚ ਨਮਾਜ਼ ਪੜ੍ਹੋ। ਉਹ ਨਮਾਜ਼ ਪੜ੍ਹਨ ਚਲੇ ਗਏ। ਸਾਰੇ ਨਮਾਜ਼ ਪੜ੍ਹਦੇ ਨੇ, ਗੁਰੂ ਨਾਨਕ ਜੀ ਨਹੀਂ ਪੜ੍ਹ ਰਹੇ। ਕਾਜ਼ੀ ਜਿਹੜਾ ਮਗਰੋਂ ਨਾਰਾਜ਼ ਹੋਇਆ ਕਿ ਤੁਸੀਂ ਤਾਂ ਕਹਿੰਦੇ ਨਮਾਜ਼ ਪੜ੍ਹਾਂਗੇ, ਤੁਸੀਂ ਪੜ੍ਹੀ ਨਹੀਂ। ਕਹਿੰਦੇ ਕਾਜ਼ੀ ਜੀ ਕੋਈ ਨਮਾਜ਼ ਹੀ ਨਹੀਂ ਸੀ ਪੜ੍ਹ ਰਿਹਾ, ਮੈਂ ਕਿਹਦੇ ਨਾਲ ਪੜ੍ਹਦਾ।
ਕਿ ਮੈਂ ਪੜ੍ਹ ਰਿਹਾ ਸੀ ਜੀ। ਕਹਿੰਦੇ ਕਾਜ਼ੀ ਜੀ ਤੁਸੀਂ ਅੱਲਾ ਦੇ ਘਰ 'ਚ ਬੈਠੇ ਹੋ, ਸੱਚੋ ਸੱਚ ਦੱਸਿਓ ਤੁਹਾਡੇ ਘਰ ਘੋੜੀ ਸੂਈ ਹੈ? ਕਹਿੰਦਾ ਹਾਂਜੀ। ਉਹਨੇ ਵਿਛੇਰੀ ਦਿੱਤੀ ਹੈ? ਕਹਿੰਦਾ ਹਾਂਜੀ। ਤੁਹਾਡੇ ਘਰ ਖੂਹੀ ਹੈ? ਕਹਿੰਦਾ ਹਾਂਜੀ। ਕਹਿੰਦਾ ਤੁਹਾਡਾ ਸਾਰਾ ਧਿਆਨ ਘਰ 'ਚ ਸੀ, ਕਿਤੇ ਵਿਛੇਰੀ ਟੱਪਦੀ ਟੱਪਦੀ ਖੂਹੀ 'ਚ ਨਾ ਡਿੱਗ ਪਏ। ਤੁਹਾਡਾ ਤਾਂ ਧਿਆਨ ਘਰ ਸੀ, ਨਮਾਜ਼ 'ਤੇ ਧਿਆਨ ਹੀ ਨਹੀਂ ਸੀ ਤੁਹਾਡਾ। ਤੁਹਾਡੀ ਨਮਾਜ਼ ਅੱਲਾ ਦੇ ਦਰ 'ਤੇ ਪ੍ਰਵਾਨ ਹੀ ਨਹੀਂ ਹੋਈ। ਜੋ ਤੁਸੀਂ ਨਮਾਜ਼ ਨਹੀਂ ਪੜ੍ਹ ਰਹੇ, ਮੈਂ ਕਿਹਦੇ ਨਾਲ ਪੜ੍ਹਦਾ? ਤੁਸੀਂ ਮੈਨੂੰ ਇਹ ਕਿਹਾ ਸੀ ਆਓ ਜੀ ਸਾਡੇ ਨਾਲ ਨਮਾਜ਼ ਪੜ੍ਹੋ, ਅਤੇ ਮੈਂ ਦੇਖਿਆ ਤੁਸੀਂ ਤਾਂ ਪੜ੍ਹ ਹੀ ਨਹੀਂ ਰਹੇ। ਤੁਹਾਡਾ ਸਰੀਰ ਉੱਠ ਕੇ ਬੈਠ ਕੇ ਕਰ ਰਿਹਾ ਹੈ, ਮਨ ਤਾਂ ਤੁਹਾਡਾ ਘਰ ਹੈ। ਤੂੰ ਮੈਂ ਕਈ ਨਾਲੇ ਪਾਠ ਕਰੀ ਸਿਮਰਨ ਨਾਲੇ ਮੈਨੂੰ ਉਹ ਯਾਦ ਆਈ ਜਾਂਦਾ। ਮੈਂ ਜੈਮਲ ਸਿੰਘ ਤੂੰ 100 ਵਾਰੀ ਵਾਹਿਗੁਰੂ ਵਾਰੀ ਕਹੇ ਨਾ, ਜੇ 50 ਵਾਰ ਵੀ ਪ੍ਰਵਾਨ ਹੋ ਗਿਆ ਤਾਂ ਮੈਂ ਸ਼ੁਕਰ ਹੈ, 50% ਨੰਬਰ ਤਾਂ ਹੈ। ਸੋ ਨੇੜੇ ਜਾਂ ਦੂਰ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿ ਫਲਾਣਾ ਗੁਰੂ ਦੇ ਨੇੜੇ ਰਹਿੰਦਾ ਹੈ ਅਤੇ ਫਲਾਣਾ ਦੂਰ ਰਹਿੰਦਾ ਹੈ। ਨਹੀਂ, ਗੁਰੂ ਦੇ ਨੇੜੇ ਰਹਿਣ ਵਾਲੇ ਲੋਕ ਵੀ ਕਈ ਵਾਰੀ ਗੁਰੂ ਤੋਂ ਕੋਈ ਫਾਇਦਾ ਨਹੀਂ ਉਠਾਉਂਦੇ, ਕੋਈ ਨਹੀਂ ਉਠਾਉਂਦੇ। ਗੁਰੂ ਨਾਨਕ ਦੇ ਨੇੜੇ ਕਿੰਨੇ ਰਹਿੰਦੇ ਹੋਣਗੇ, ਕਿੰਨੇ ਗੁਰੂ ਲਾਭ ਉਠਾਇਆ? ਘੱਟ ਹੀ ਉਹਦੇ ਲਾਭ ਉਠਾਉਣ ਨਾਲ। ਸੋ ਮਨ ਦੀ ਹਾਜ਼ਰੀ ਧਰਮ ਦੇ ਵਿੱਚ ਸਭ ਤੋਂ ਜ਼ਰੂਰੀ ਹੈ। ਸੋ ਅਭਿਆਸ ਅਸੀਂ ਇਹੀ ਕਰਨਾ। ਹੁਣ ਆਪਾਂ ਨੂੰ ਪਾਠ ਹੋ ਗਿਆ ਰਵਾਂ, ਹੈ ਨਾ। ਜਿੰਨਾ ਜ਼ਿਆਦਾ ਪਾਠ ਰਵਾਂ ਹੋ ਜਾਏਗਾ ਓਨਾ ਹੀ ਅਸੀਂ ਬੇਧਿਆਨ ਹੁੰਦੇ ਜਾਵਾਂਗੇ। ਦੇਖ ਲਿਓ, ਜਿਹੜਾ ਸ਼ੁਰੂ 'ਚ ਪਾਠ ਕਰਦਾ ਹੈ ਉਹ ਨਾ ਬੜੇ ਧਿਆਨ ਨਾਲ ਪੜੂਗਾ ਵੀ ਗਲਤੀ ਨਾ ਹੋ ਜਾਏ। ਸਾਡੀ ਪ੍ਰੈਕਟਿਸ ਹੋ ਗਈ ਹੈ, ਬਸ ਮੂੰਹ ਬੋਲੀ ਜਾ ਰਿਹਾ ਹੈ, ਮਨ ਸਮੋਸੇ ਖਾ ਰਿਹਾ ਹੈ। ਕੋਈ ਕੁੜੀ ਦੇ ਪ੍ਰਬੰਧ ਕਰ ਰਿਹਾ ਵਿਆਹ ਦਾ, ਕੋਈ ਕਾਸੇ ਦਾ, ਕੋਈ ਕਾਸੇ ਦਾ। ਹੁਣ ਦੇਖੋ, ਚਲੋ ਮੈਂ ਕਈ ਸੋਚਦੇ ਬੈਠਾ ਜੈਮਲ ਸਿੰਘ, ਇਹ ਤਾਂ ਗ੍ਰਸਥੀ ਨੇ, ਇਹਨਾਂ ਦਾ 100 ਚਿੰਤਾ ਹੋਊਗੀ। ਤੈਨੂੰ ਨਾ ਕੋਈ ਖਾਣ ਦੀ, ਨਾ ਕੋਈ ਪਹਿਨਣ ਦੀ, ਨਾ ਕੋਈ ਰਹਿਣ ਦੀ, ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਪਰਮਾਤਮਾ ਨੇ ਰੱਖੀ ਹੈ। ਵੀ ਤੂੰ ਤੇਰਾ ਮਨ ਕਿਉਂ ਐਵੇਂ ਇੱਧਰ ਉੱਧਰ ਜਾਂਦਾ ਬਈ। ਚਲੋ ਇਹਨਾਂ ਦਾ ਤਾਂ ਮੰਨਿਆ, ਕਿਸੇ ਨੇ ਪਾਈ ਜਿਹੜੀ ਕੋਈ ਜਵਾਕ ਵਿਆਹੁਣਾ ਹੈ, ਕਿਹਦੀ ਧੀ ਅੱਗੇ ਵੱਸੀ ਨਹੀਂ, ਕਿਹਦੇ ਨੂੰਹ ਮਾੜੇ ਆ ਗਏ, ਕਿਹਦਾ ਕੁਛ ਆ ਗਿਆ। ਗ੍ਰਸਥੀ ਬੰਦੇ ਨੂੰ 100 ਚਿੰਤਾਵਾਂ ਹੁੰਦੀਆਂ ਵੀ ਜੈਮਲ ਸਿੰਘ ਤੈਨੂੰ ਤਾਂ ਚਿੰਤਾ ਵੀ ਕੋਈ ਨਹੀਂ ਹੈ ਵੀ ਤੇਰਾ ਮਨ ਇੱਧਰ ਉੱਧਰ ਕਿਉਂ ਜਾਂਦਾ। ਇਸ ਲਈ ਦੇਖਣ ਨੂੰ ਤਾਂ ਅਗਲਾ ਕਹਿੰਦਾ ਤਾਬਿਆ ਬੈਠਾ, ਤਾਬਿਆ ਬੈਠੇ ਸਾਡੇ ਸਿੰਘ ਜਿਹੜੇ ਸੌਂ ਜਾਂਦੇ ਨੇ। 500-600 ਦੀ ਅੱਗੇ ਸੰਗਤ ਬੈਠੀ ਹੈ, ਤਾਬਿਆ ਬੈਠੇ ਸੌਂ ਰਹੇ ਨੇ। ਨਾ ਸੰਗਤ ਦਾ ਡਰ, ਨਾ ਗੁਰੂ ਦਾ ਡਰ, ਤਾਬੇ ਬੈਠੇ ਨੇ। 2-3 ਮੈਂ ਦੇਖਿਆ, ਉਹ ਪਤਾ ਲੱਗ ਜਦੋਂ ਨੀਂਦ ਆਏਗੀ ਨਾ ਫਿਰ ਸਿਰ ਹੇਠਾਂ ਨੂੰ ਜਾਏਗਾ, ਪਤਾ ਲੱਗਦਾ ਵੀ ਹਾਂ ਊਂਘ ਆ ਰਹੀ ਹੈ। ਬਿਮਾਰੀ ਵੀ ਹੋ ਸਕਦੀ, ਮੈਂ ਮੰਨਦਾ ਇਹ ਨੀਂਦ ਦੀ ਇੱਕ ਬਿਮਾਰੀ ਵੀ ਹੋ ਸਕਦੀ ਹੈ। ਕਿਉਂ ਹੁੰਦੀ ਹੈ ਇਹ? ਕਈ ਵਾਰੀ ਕੀ ਹੁੰਦਾ ਹੈ, ਸਭ ਕੁਝ ਠੀਕ ਹੁੰਦਾ, ਆਪਾਂ ਹੋ ਗਏ ਬਿਮਾਰ, ਡਾਕਟਰਾਂ ਨੇ ਸਾਨੂੰ ਅੰਗਰੇਜ਼ੀ ਦਵਾਈਆਂ ਦਿੱਤੀਆਂ, ਉਹਦਾ ਕੋਈ ਐਕਸ਼ਨ ਰਿਐਕਸ਼ਨ ਹੋ ਗਿਆ ਹੈ, ਜਿਸ ਕਾਰਨ ਸਰੀਰ ਸੁਸਤ ਰਹਿਣ ਲੱਗ ਪਿਆ ਹੈ। ਉਹ ਤਾਂ ਇੱਕ ਮਜਬੂਰੀ ਹੈ, ਉਹ ਤਾਂ ਇੱਕ ਬਿਮਾਰੀ ਹੈ, ਉਹ ਤਾਂ ਗੱਲ ਵੱਖਰੀ ਹੈ। ਪਰ ਆਮ ਜਿਹੜਾ ਨੋਰਮਲ ਬੰਦਾ ਹੈ ਉਹ ਤਾਂ ਠੀਕ ਹੀ ਹੁੰਦਾ ਹੈ। ਸੋ ਇਸ ਲਈ ਆਰਾਮ ਨਾਲ ਪਾਠ ਕਰਨਾ ਚਾਹੀਦਾ। ਕੋਈ ਮੁਕਾਉਣ ਤੋਂ ਮਤਲਬ ਨਹੀਂ ਹੈਗਾ ਵੀ ਮੈਂ ਇੰਨੇ ਸਫੇ ਪਾਠ ਕਰਨਾ, ਮੁਕਾਉਣ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈਗਾ। ਇਹ ਨਿਤਨੇਮ ਕੋਈ 35 ਮਿੰਟਾਂ 40 ਮਿੰਟਾਂ 'ਚ ਕਈ ਲੋਕ ਕਰ ਲੈਂਦੇ ਨੇ। ਮੈਨੂੰ ਘੱਟ ਤੋਂ ਘੱਟ 1 ਘੰਟਾ ਲੱਗਦਾ, ਇਹ ਤੋਂ ਪਹਿਲਾਂ ਨਹੀਂ ਮੇਰੇ ਤੋਂ ਹੁੰਦਾ। ਹਾਲਾਂਕਿ ਸਪੀਡ ਮੇਰੀ ਕਿ ਤੁਹਾਡੇ ਤੋਂ ਕਿਤੇ ਵੱਧ ਹੈ, ਕਿਉਂਕਿ ਮੁੱਦਤਾਂ ਹੀ ਹੋ ਗਈਆਂ ਪਾਠ ਕਰਦਿਆਂ। ਜਿੰਨਾ ਪਾਠ ਆਪਾਂ ਜ਼ਿਆਦਾ ਕਰ ਲਈ, ਆਪਣਾ ਕਿ ਪਤਾ ਆ ਰਿਹਾ, ਜਦੋਂ ਪਤਾ ਆ ਰਿਹਾ ਤਾਂ ਸਪੀਡ ਕੁਦਰਤੀ ਗੱਲ ਵੱਧ ਜਾਂਦੀ ਹੈ। ਪਰ ਨਹੀਂ, ਟਾਈਮ ਲੱਗਦਾ ਹੈ ਤਾਂ ਜੋ ਵੀ ਫਾਹਾ ਨਾ ਕਿਤੇ ਵੱਢਿਆ ਜਾਵੇ। ਅਲਾ ਕਿ ਯਾਰ ਤੂੰ ਤਾਂ ਫਾਹਾ ਵੱਢਦਾ, ਭਾਵ ਫਟਾਫਟ 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 ਨਿਬੇੜਨ ਦਾ ਕੰਮ ਕੀਤਾ ਹੈ।
ਕੋਸ਼ਿਸ਼ ਕਰਨੀ ਹੈ ਕਿ ਜਿਹੜੀ ਅਸੀਂ ਲਾਈਨ ਪੜ੍ਹ ਰਹੇ ਹਾਂ ਉਹਦੀ ਸਾਨੂੰ ਸਮਝ ਆ ਰਹੀ ਹੋਵੇ ਵੀ ਗੁਰੂ ਮਹਾਰਾਜ ਆਹ ਕਹਿ ਰਹੇ ਨੇ, ਫਿਰ ਥੋੜ੍ਹਾ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ। ਸੋ ਕਬੀਰ ਸਾਹਿਬ ਕਹਿੰਦੇ, ਕਬੀਰ ਜਹ ਅਨ ਪਉ ਤਹ ਭੈ ਨਹੀਂ, ਜਹ ਪਉ ਤਹ ਹਰ ਨਾਹੀਂ। ਕਹੋ ਕਬੀਰ ਵਿਚਾਰ ਕੇ ਸੰਤ ਸੁਣੋ ਮਨ ਮਾਹੇ। ਹੇ ਸੰਤੋ, ਮਨ 'ਚ ਧਿਆਨ ਨਾਲ ਸੁਣ ਲਓ ਮਨ ਕਰਕੇ, ਕਿ ਜਿੱਥੇ ਰੱਬੀ ਗਿਆਨ ਹੈ ਉੱਥੇ ਸੰਸਾਰਿਕ ਡਰ ਨਹੀਂ ਹੁੰਦਾ, ਅਤੇ ਜਿੱਥੇ ਸੰਸਾਰਿਕ ਡਰ ਹੈ ਇਹਦਾ ਮਤਲਬ ਉੱਥੇ ਰੱਬ ਨਹੀਂ ਹੈਗਾ। ਕਿਉਂਕਿ ਜਿੱਥੇ ਰੱਬ ਹੋਏਗਾ ਉੱਥੇ ਡਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉੱਥੇ ਡਰ ਨਾਲ ਕੋਈ ਲੈਣਾ ਦੇਣਾ ਨਹੀਂ। ਮੰਨ ਲਓ ਸਿੱਖ ਵਾਹਿਗੁਰੂ ਵਾਹਿਗੁਰੂ ਕਰਦਾ ਜਾ ਰਿਹਾ ਹੈ, ਅਗਰ ਉਹਨੂੰ ਬਾਣੀ 'ਤੇ 100% ਵਿਸ਼ਵਾਸ ਹੈ ਕਿ ਜਿੱਥੇ ਹਰ ਅਰਾਧੀਐ ਤਿੱਥੇ ਹਰ ਮਿੱਤ ਸਹਾਈ, ਵੀ ਜਿੱਥੇ ਵੀ ਤੁਸੀਂ ਰੱਬ ਨੂੰ ਯਾਦ ਕਰੋਗੇ ਰੱਬ ਮਿੱਤਰ ਬਣ ਕੇ ਤੁਹਾਡੀ ਸਹਾਇਤਾ ਕਰੇਗਾ, ਫਿਰ ਡਰ ਦੀ ਕੋਈ ਲੋੜ ਹੀ ਨਹੀਂ। ਵਾਹਿਗੁਰੂ ਵਾਹਿਗੁਰੂ ਕਰਦੇ ਜਾਈ ਜਾਓ, ਮਤ ਸੋਚੋ ਮੈਂ ਇਕੱਲੀ ਜਾ ਰਹੀ ਹਾਂ, ਰਾਤ 9 ਦਾ 11 10 11 ਵਜੇ ਲੁੱਚਾ ਲਫੰਗਾ ਨਾ ਟੱਕਰ ਜੇ। ਨੋ, ਤੁਸੀਂ ਸਿਮਰਨ ਕਰਦੇ ਤੁਰੇ ਜਾਓ, ਬਾਣੀ ਆਉਂਦੀ ਹੈ ਬਾਣੀ ਪੜ੍ਹਦੇ ਤੁਰੇ ਜਾਓ, ਆਪਣਾ ਮਤ ਖੱਬੇ ਸੱਜੇ ਵੇਖਣ ਦੀ ਕੋਈ ਲੋੜ ਨਹੀਂ, ਕਿਹਦੀ ਜ਼ਰੂਰਤ ਹੀ ਨਹੀਂ ਪੈਣੀ ਤੁਹਾਨੂੰ ਛੱਡਣ ਦੀ। ਕਿਉਂ? ਪਰਮਾਤਮਾ ਤੁਹਾਡੇ ਨਾਲ ਹੈ, ਤੁਸੀਂ ਬਾਣੀ ਪੜ੍ਹ ਰਹੇ ਹੋ ਗੁਰੂ ਨਾਲ ਹੈ, ਜਿਸ ਗੁਰੂ ਦੀ ਬਾਣੀ ਪੜ੍ਹ ਰਹੇ ਉਹੀ ਗੁਰੂ ਨਾਲ ਹੈ। ਚਾਹੇ ਮੂਲ ਮੰਤਰ ਦਾ ਪਾਠ ਹੀ ਕਰਦੇ ਜਾ ਰਹੇ ਹੋ, ਗੁਰੂ ਨਾਨਕ ਦੇਵ ਜੀ ਨਾਲ ਨੇ ਤੁਹਾਡੇ, ਕਿਤੇ ਵਿਪਤਾ ਇੱਕਦਮ ਹਾਜ਼ਰ ਹੋ ਜਾਣਾ ਉਹਨਾਂ ਨੇ। ਇਸ ਲਈ ਵਿਸ਼ਵਾਸ ਲਿਆਉਣ ਦੀ ਲੋੜ ਹੈਗੀ। ਬਾਣੀ ਕਹਿੰਦੀ ਵੀ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਹੁਣ ਬਾਣੀ 'ਤੇ ਤਾਂ ਕੋਈ ਡਾਊਟ ਨਹੀਂ ਕੀਤਾ ਜਾ, ਕੋਈ ਸ਼ੰਕਾ ਨਹੀਂ ਕੀਤਾ ਜਾ ਸਕਦਾ। ਬਾਣੀ ਕਹਿੰਦੀ, ਅਸੀਂ ਤੁਸੀਂ ਕਹੀ ਤਾਂ ਹੋਰ ਗੱਲ ਹੁੰਦੀ ਹੈ। ਇਸ ਲਈ ਬਾਣੀ 'ਤੇ ਵਿਸ਼ਵਾਸ ਲਿਆਉਣਾ ਹੈ। ਵਿਸ਼ਵਾਸ ਬੜੀ ਚੀਜ਼ ਹੁੰਦੀ ਹੈ। ਵਿਸ਼ਵਾਸ ਇੱਕ ਦਿਨ ਸੱਚ ਲੱਗਣ ਲੱਗਦਾ ਹੈ। ਵਿਸ਼ਵਾਸ ਬੜੀ ਚੀਜ਼ ਹੁੰਦੀ। ਧਰਮ ਤਾਂ ਖੜੇ ਵਿਸ਼ਵਾਸ 'ਤੇ ਹੈ। ਸਾਇੰਸ ਵਿਸ਼ਵਾਸ 'ਤੇ ਨਹੀਂ ਖੜੀ, ਸਾਇੰਸ ਤਰਕ 'ਤੇ ਖੜੀ ਹੈ, ਉਹ ਵਿਸ਼ਵਾਸ 'ਤੇ ਨਹੀਂ ਹੈ। ਧਰਮ ਵਿਸ਼ਵਾਸ 'ਤੇ ਖੜਾ ਹੈ, ਇਹ ਤਰਕ 'ਤੇ ਨਹੀਂ ਖੜਾ। ਇਸ ਲਈ ਵਿਸ਼ਵਾਸ ਲਿਆਉਣਾ ਕਿ ਗੁਰਬਾਣੀ ਜੋ ਲਿਖਿਆ ਹੈ ਉਹ ਸੱਚ ਲਿਖਿਆ ਹੈ। ਇਹ 'ਤੇ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬਿਲ। ਉਹ ਕਹਿੰਦਾ ਤਾਂ ਸੱਚ ਕਹਿਣਾ, ਕਿਉਂਕਿ ਸੱਚ ਕਹਿਣ ਦਾ ਵੇਲਾ ਹੈ, ਇਸ ਲਈ ਅਸੀਂ ਜੋ ਕਹਿਣਾ ਸੱਚ ਕਹਿਣਾ ਹੈ। ਸੋ ਬਾਣੀ ਸੱਚ ਹੈ, ਇਹਨੂੰ ਰੱਬੀ ਬਾਣੀ ਕਹਿੰਦੇ ਨੇ। ਗੁਰੂਆਂ ਦੇ ਮੁੱਖ ਰਾਹੀਂ ਇਹ ਆਈ, ਇਸ ਲਈ ਆਪਾਂ ਇਹਨੂੰ ਗੁਰਬਾਣੀ ਕਹਿੰਦੇ ਹਾਂ। ਜਿਹਨੂੰ ਆਪਾਂ ਗੁਰਬਾਣੀ ਕਹਿੰਦੇ, ਗੁਰੂ ਮਹਾਰਾਜ ਆਪ ਕਹਿੰਦੇ ਇਹ ਸਾਡੀ ਬਾਣੀ ਨਹੀਂ ਹੈ, ਇਹ ਤਾਂ ਰੱਬੀ ਬਾਣੀ ਹੈ। ਠੀਕ ਹੈ, ਸਾਡੇ ਰਾਹੀਂ ਇਹ ਸੰਸਾਰ ਤੱਕ ਆਈ ਹੈ। ਜਿਵੇਂ ਬਾਣੀ ਕਹਿੰਦੇ ਤੁਹਾਡੇ ਬੱਚੇ ਤੁਹਾਡੇ ਨਹੀਂ, ਇਹ ਤਾਂ ਤੁਹਾਡੇ ਰਾਹੀਂ ਸੰਸਾਰ 'ਚ ਆਏ ਨੇ, ਤੁਸੀਂ ਤਾਂ ਸਾਧਨ ਹੋ, ਬੱਚੇ ਤਾਂ ਰੱਬ ਦੇ ਨੇ। ਜੇ ਕਿਤੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਆ ਜਾਏ ਕਿ ਮੇਰਾ ਬੱਚਾ ਜਾਂ ਮੇਰੇ ਬੱਚੇ ਰੱਬ ਦੇ ਨੇ, ਮੈਨੂੰ ਤਾਂ ਸਿਰਫ ਪਾਲਣ ਦੀ ਡਿਊਟੀ ਲੱਗੀ ਹੋਈ ਹੈ, ਦੇਖੋ ਕਦੇ ਤੁਹਾਡਾ ਬੱਚਾ ਨਹੀਂ ਵਿਗੜੇਗਾ, ਕਿਉਂਕਿ ਰੱਬ ਦੇ ਨੇ। ਰੱਬ ਕਿਵੇਂ ਵਿਗੜਨ ਦੇ ਦਾਂਗੇ ਉਹਨਾਂ ਨੂੰ ਜੀ? ਜਦ ਤੁਸੀਂ ਕਹਿੰਦੇ ਸਾਡੇ ਨੇ ਤਾਂ ਫਿਰ ਅਸੀਂ ਆਪ ਵੀ ਵਿਗੜੇ ਹੋਏ ਹਾਂ, ਸਾਡੇ ਬੱਚੇ ਵੀ ਅੱਗੇ ਵਿਗੜ ਜਾਣਗੇ। ਸ਼ਰਾਬੀ ਦੇ ਸ਼ਰਾਬੀ ਹੋ ਜਾਣਗੇ, ਕਬਾਬੀ ਦੇ ਕਬਾਬੀ ਹੋ ਜਾਣਗੇ, ਕਿਉਂ ਤੁਹਾਡੇ ਨੇ, ਰੱਬ ਦੇ ਨੇ, ਫਿਰ ਕਿਵੇਂ ਵਿਗੜ ਜਾਣਗੇ ਜੀ? ਬਾਣੀ ਇਹੀ ਕਹਿੰਦੀ ਹੈ, ਬਾਣੀ ਇਹੀ ਕਿ ਬੱਚੇ ਤੁਹਾਡੇ ਨਹੀਂ ਹੈਗੇ। ਮੂਰਖ ਜਾਣੇ ਆਪਣੇ ਧੀਆਂ ਪੂਤ ਸੰਜੋਗ। ਮੂਰਖ ਕਹਿੰਦਾ ਮੇਰੇ ਨੇ, ਉਹ ਕਹਿੰਦੇ ਨੇ ਤਾਂ ਸੰਜੋਗਾਂ ਕਾਰਨ ਤੁਹਾਡੇ ਆਏ ਨੇ, ਇਹ ਤਾਂ ਤੁਹਾਡੇ ਰਾਹੀਂ ਸੰਸਾਰ 'ਚ ਆਏ ਨੇ, ਤੁਸੀਂ ਤਾਂ ਸਿਰਫ ਸਾਧਨ ਹੋ, ਤੁਸੀਂ ਕਰਤਾ ਬਣ ਬੈਠੇ ਹੋ। ਮਨੁੱਖ ਕਰਤਾ ਬਣ ਬੈਠਾ ਹੈ, ਮੇਰੇ ਨੇ, ਇਹ ਮੇਰਾ ਘਰ ਹੈ, ਇਹ ਮੇਰਾ ਸਰੀਰ ਹੈ, ਸਭ ਕੋਈ।
ਪਰਮਾਤਮਾ ਦਾ ਨਹੀਂ, ਇਹ ਤਾਂ ਸਾਰਾ ਕੁਝ ਮੇਰਾ ਹੀ ਹੈ, ਮੈਂ ਤਾਂ ਤੈਨੂੰ ਵਰਤਣ ਲਈ ਦਿੱਤਾ ਹੋਇਆ, ਵੀ ਵਰਤ ਲਾ ਇੰਨੇ ਸਾਲ, ਬਸ ਜਦੋਂ ਮੇਰਾ ਜੀਅ ਕਰੂਗਾ ਮੈਂ ਵਾਪਸ ਲੈ ਜਾਵਾਂਗਾ। ਅਸੀਂ ਸਮਝਦੇ ਹਾਂ ਸਾਡੇ ਬੱਚੇ, ਇਸ ਲਈ ਅਸੀਂ ਰੋਂਦੇ ਪਿੜਦੇ ਹਾਂ। ਜੇ ਉਹਨਾਂ 'ਚ ਕੋਈ ਮਰ ਜਾਂਦਾ ਹੈ ਰੋਂਦੇ ਪਿੜਦੇ ਆ। ਜਿਨ੍ਹਾਂ ਨੂੰ ਗਿਆਨ ਹੁੰਦਾ, ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ, ਉਹ ਬੱਚਾ ਮਰਨ 'ਤੇ ਰੋਂਦੇ ਨਹੀਂ ਹੈਗੇ, ਨਾ, ਕਿਉਂ ਨਹੀਂ ਰੋਂਦੇ? ਭਾਈ ਭਿਖਾਰੀ ਦਾ ਹੁੰਦਾ, ਪਾਕਿਸਤਾਨ 'ਚ ਇੱਕ ਗੁਜਰਾਤ ਸ਼ਹਿਰ ਹੈ, ਕੋਈ ਪੰਚਮ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਇੱਕ ਬ੍ਰਹਮ ਗਿਆਨੀ ਹੈ, ਵੀ ਜਿਸ ਬ੍ਰਹਮ ਗਿਆਨੀ ਮੈਨੇ ਤੁਸੀਂ ਇੰਨਾ ਲਿਖਤਾ ਅਸ਼ਟਪਦੀ ਹੈ। ਹਾਂ, ਕਹਿੰਦੇ ਭਾਈ ਭਿਖਾਰੀ ਹੈ, ਜਾ ਉਹਨੂੰ ਜਾ ਕੇ ਮਿਲ ਲੈ, ਉਹ ਬ੍ਰਹਮ ਗਿਆਨੀ ਹੈ। ਉਹ ਚਲਿਆ ਗਿਆ। ਚਲੋ ਭਾਈ ਭਿਖਾਰੀ ਸਤਿਕਾਰ ਕੀਤਾ ਵੀ ਪੰਚਮ ਪਾਤਸ਼ਾਹ ਦੇ ਦਰ ਤੋਂ ਆਇਆ ਹੈ। ਭਾਈ ਭਿਖਾਰੀ ਨਾ ਮਰਨ ਤੋਂ ਬਾਅਦ ਜਿਹੜਾ ਕੱਪੜਾ ਵਿਛਾਉਂਦੇ ਨੇ ਉਹਨੂੰ ਕਹਿੰਦੇ ਫੂੜੀ, ਪਾਕਿਸਤਾਨੀ ਦੀ ਫੂੜੀ। ਉਹ ਨਾ ਫੂੜੀ ਤਿਆਰ ਕਰ ਰਿਹਾ, ਨਾਲ ਉਹਦੇ ਮੁੰਡੇ ਦਾ ਅਗਲੇ ਦਿਨ ਵਿਆਹ ਹੈ। ਭਾਈ ਭਿਖਾਰੀ ਦੇ ਲੜਕੇ ਦੀ ਅਗਲੇ ਦਿਨ ਸ਼ਾਦੀ ਹੈ, ਪਰ ਉਹ ਫੂੜੀ ਤਿਆਰ ਕਰ ਰਿਹਾ ਵੀ ਜਿਵੇਂ ਕਿਸੇ ਨੇ ਮਰਨਾ ਹੋਵੇ ਅਤੇ ਲੋਕ ਆ ਕੇ ਉੱਥੇ ਬੈਠਣਗੇ ਅਫਸੋਸ ਕਰਨ ਲਈ। ਉਹ ਬੜਾ ਹੈਰਾਨ ਹੈ ਵੀ ਇਹ ਕੀ ਗੱਲ ਹੈ, ਵੀ ਸਵੇਰੇ ਵਿਆਹ ਹੈ ਅਤੇ ਇਹ ਕੀ ਕਰ ਰਹੇ। ਉਹ ਪੁੱਛਦਾ ਵੀ ਭਿਖਾਰੀ ਜੀ, ਸਵੇਰੇ ਤੁਹਾਡੇ ਮੁੰਡੇ ਦਾ ਵਿਆਹ ਹੈ ਅਤੇ ਤੁਸੀਂ ਆਹ ਕੀ ਕਰ ਰਹੇ ਹੋ? ਕਹਿੰਦੇ ਇਹਦੀ ਵੀ ਲੋੜ ਪਵੇਗੀ। ਉਹ ਕਹਿੰਦਾ ਗੁਰਮੁਖਾ ਇਹਦੀ ਲੋੜ ਪੈਣੀ। ਲਓ ਜੀ, ਅਗਲੇ ਦਿਨ ਵਿਆਹ ਹੋ ਗਿਆ। ਵਿਆਹ ਕੇ ਲੜਕਾ ਨੂੰ ਆ ਗਏ ਨੇ। ਰਾਤੀ ਲੜਕੇ ਦੇ ਐਸੀ ਪੇਟ 'ਚ ਦਰਦ ਹੋਈ, ਉਹਦੀ ਡੈਥ ਹੋ ਗਈ। ਉਹਨੇ ਜਿਹੜਾ ਸਵੇਰੇ ਚੜ੍ਹਿਆ ਉਹੀ ਫੂੜੀ ਵਿਛਾਤੀ, ਲੋਕ ਅਫਸੋਸ ਕਰਨ ਆਉਣਗੇ, ਇੱਥੇ ਬੈਠਣਗੇ। ਉਹ ਸਿੱਖ ਨੇ ਅੰਦਾਜ਼ਾ ਲਾਇਆ ਵੀ ਇਹਦਾ ਮਤਲਬ ਭਾਈ ਭਿਖਾਰੀ ਨੂੰ ਪਤਾ ਸੀ ਮੇਰਾ ਮੁੰਡਾ ਮਰੂਗਾ। ਕਹਿੰਦੇ ਭਾਈ ਭਿਖਾਰੀ ਜੀ, ਤੁਹਾਨੂੰ ਪਤਾ ਸੀ ਮੇਰਾ ਲੜਕਾ ਸਵਰਗਵਾਸ ਹੋਵੇਗਾ? ਕਹਿੰਦੇ ਹਾਂਜੀ। ਕਿ ਜੇ ਤੁਹਾਨੂੰ ਪਤਾ ਸੀ ਤਾਂ ਤੁਸੀਂ ਫਿਰ ਇਹਦੀ ਸ਼ਾਦੀ ਕਿਉਂ ਕੀਤੀ? ਕਹਿੰਦੇ ਹੋਣੀ ਸੀ, ਇਹ ਤਾਂ ਇਹਦੇ ਸੰਯੋਗ ਸਨ ਉਸ ਲੜਕੀ ਨਾਲ। ਇਹ ਤਾਂ ਭਾਈ ਹੋਣੀ ਸੀ, ਹੋਣੀ ਨੂੰ ਕੋਈ ਨਹੀਂ ਟਾਲ ਸਕਦਾ ਹੁੰਦਾ। ਇਹ ਤਾਂ ਹੁਣ ਸਾਨੂੰ ਪਤਾ ਸੀ, ਇਸ ਲਈ ਅਸੀਂ ਪਹਿਲੇ ਤਿਆਰੀ ਕਰ ਲਈ। ਕੋਈ ਰੋਣਾ ਨਹੀਂ, ਕੋਈ ਪਿੱਟਣਾ ਨਹੀਂ, ਕੋਈ ਪਰਿਵਾਰ ਦਾ ਜੀ ਰੋਇਆ ਨਹੀਂ, ਕੋਈ ਪਿੱਟਿਆ ਨਹੀਂ। ਅਫਸੋਸ ਕਰਨ ਵਾਲੇ ਚਲੋ ਕਰਕੇ ਉਹ ਉਸੇ ਤਰ੍ਹਾਂ ਨੋਰਮਲ ਨੇ। ਹਾਂਜੀ, ਉਹਨੂੰ ਹੋ ਗਿਆ ਵੀ ਹਾਂ ਇਹ ਵਾਕਈ ਬ੍ਰਹਮ ਗਿਆਨੀ ਹੈ। ਆਇਆ, ਕਹਿੰਦੇ ਭਾਈ ਦਰਸ਼ਨ ਕਰ ਰਹੇ ਬ੍ਰਹਮ? ਹਾਂਜੀ, ਕਹਿੰਦੇ ਕਰ ਰਹੇ। ਲੱਗ ਗਿਆ? ਕਹਿੰਦੇ ਪਤਾ ਬ੍ਰਹਮ? ਹਾਂਜੀ, ਕਹਿੰਦੇ ਲੱਗ ਗਿਆ। ਸੋ ਇਸ ਲਈ ਕਬੀਰ ਸਾਹਿਬ ਕਹਿੰਦੇ ਜਿੱਥੇ ਰੱਬੀ ਗਿਆਨ ਹੈ ਉੱਥੇ ਸੰਸਾਰਕ ਡਰ ਨਹੀਂ ਹੁੰਦਾ, ਅਤੇ ਜਿੱਥੇ ਡਰ ਹੈ ਉੱਥੇ ਰੱਬ ਨਹੀਂ ਹੁੰਦਾ। ਕਬੀਰ ਕਹਿੰਦੇ ਹੇ ਸੰਤੋ, ਮੈਂ ਤੁਹਾਨੂੰ ਵਿਚਾਰ ਕੇ ਦੱਸ ਰਿਹਾ, ਆਪਣੇ ਮਨ 'ਚ ਇਸ ਗੱਲ ਦਾ ਵਿਚਾਰ ਕਰ ਲਓ ਕਿ ਜਿੱਥੇ ਰੱਬੀ ਗਿਆਨ ਹੋਏਗਾ ਉੱਥੇ ਡਰ ਨਹੀਂ ਹੋਏਗਾ, ਅਤੇ ਜੇ ਤੁਹਾਨੂੰ ਡਰ ਲੱਗ ਰਿਹਾ ਤਾਂ ਇਹਦਾ ਮਤਲਬ ਤੁਹਾਨੂੰ ਜੇ ਰੱਬੀ ਗਿਆਨ ਪ੍ਰਾਪਤ ਨਹੀਂ ਹੋਇਆ। ਸਾਨੂੰ ਡਰ ਲੱਗਦਾ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਸਾਨੂੰ ਰੱਬੀ ਗਿਆਨ ਨਹੀਂ ਹੈ। ਸਾਨੂੰ ਜੇ ਰੱਬੀ ਗਿਆਨ ਨਹੀਂ ਪ੍ਰਾਪਤ ਹੋਇਆ, ਇਸ ਲਈ ਸਾਨੂੰ ਡਰ ਲੱਗਦਾ। ਜਦੋਂ ਰੱਬੀ ਗਿਆਨ ਪ੍ਰਾਪਤ ਹੋਇਆ ਫਿਰ ਤਾਂ ਸਾਨੂੰ ਪਤਾ ਵੀ ਹਾਂ ਆਹੀ ਮੇਰੇ ਨਾਲ ਕੱਲ੍ਹ ਨੂੰ ਹੋਣਾ। ਫਿਰ ਤਾਂ ਐਡਵਾਂਸ ਹੀ ਪਤਾ ਲੱਗ ਜਾਊ ਮੇਰੇ ਨਾਲ ਕੱਲ੍ਹ ਨੂੰ ਆਉਣਾ, ਮੈਂ ਕੱਲ੍ਹ ਨੂੰ ਇੰਨੇ ਵਜੇ ਕੇ ਇੰਨੇ ਮਿੰਟ ਦੇ ਸਰੀਰ ਤਿਆਗ ਜਾਣਾ। ਜਿਹੜੇ ਬ੍ਰਹਮ ਗਿਆਨੀ ਉਹਨੂੰ ਤਾਂ ਪਤਾ ਤਾਂ ਪਹਿਲੇ ਹੀ ਦੱਸਦੇ ਅਸੀਂ ਭਾਈ ਕੱਲ੍ਹ ਨੂੰ ਇੰਨੇ ਵਜੇ ਸਰੀਰ ਤਿਆਗਾਂਗੇ, 2:10 ਸਰੀਰ ਤਿਆਗ ਜਾਣਾ ਸੀ, ਤਿਆਗਦੇ ਉਹਨੂੰ ਪਤਾ ਹੁੰਦਾ। ਜਿਹੜੇ ਬ੍ਰਹਮ ਗਿਆਨੀ ਸੰਤ ਮਹਾਤਮਾ ਹੁੰਦੇ ਨੇ ਉਹ ਜਿਉਂਦੇ ਜੀ ਹੀ ਆਪਣਾ ਗੱਦੀ ਨਸ਼ੀਨ ਥੱਪ ਜਾਂਦੇ ਨੇ ਕਿ ਮੇਰੇ ਤੋਂ ਬਾਅਦ ਭਾਈ ਮੈਂ ਨਾ ਫਲਾਣੀ ਤਰੀਕ ਨੂੰ ਸਵਰਗਵਾਸ ਹੋ ਜਾਣਾ ਹੈ, ਮੇਰੇ ਤੋਂ ਬਾਅਦ ਇਹ ਡੇਰੇ ਦਾ ਇੰਚਾਰਜ ਹੋਏਗਾ। ਹੁਣ ਡੇਰਿਆਂ 'ਤੇ ਇਸੇ ਲਈ ਰੌਲਾ ਪੈਂਦਾ, ਕਿਉਂ? ਉਹ ਥਾਪ ਕੇ ਨਹੀਂ ਜਾਂਦੇ ਕਿਸੇ ਨੂੰ, ਅਚਾਨਕ ਡੈਥ ਹੋ ਗਈ, ਚੱਲ ਉਹ ਕਹਿੰਦਾ ਮੈਂ ਘੱਟ ਹਾਂ, ਦੂਜਾ ਚੇਲਾ ਕਹਿੰਦਾ ਮੈਂ ਘੱਟ ਹਾਂ, ਉਹ ਆਪਣੀ ਆਪਣੀ ਗੱਦੀ ਲਾ ਕੇ ਬਹਿ ਜਾਂਦੇ ਨੇ। ਵੱਡੇ ਮਹਾਂਪੁਰਖ ਜਿਉਂਦੇ ਨੇ,
ਡੇਰਿਆਂ ਦੇ ਵਿੱਚ ਚੇਲੇ ਬਲ ਕੇ ਗੱਦੀਆਂ ਲਾ ਕੇ ਬਹਿ ਜਾਂਦੇ ਨੇ, ਆਪਣੇ ਆਪਣੇ ਗਰੁੱਪ ਬਣਾਏ ਹੋਏ ਨੇ, ਉਹ ਉਸ ਤੋਂ ਮੱਥੇ ਟਿਕਾ ਰਿਹਾ, ਉਸ ਤੋਂ ਟਿਕਾ ਰਿਹਾ, ਉਸ ਤੋਂ ਮਗਰੋਂ ਹੁਣ ਮਹਾਂਪੁਰਖਾਂ ਦੇ ਜਿਉਂਦੇ ਜੀ 3 ਬੰਦਿਆਂ ਨੇ ਡੇਰੇ 'ਚ ਗੱਦੀਆਂ ਲਾ ਲਈਆਂ, ਉਹ ਤਾਂ ਤਿੰਨੋਂ ਹੀ ਕਹਿਣਗੇ ਮੈਂ ਘੱਟ, ਉਹ ਕਹੂਗਾ ਮੈਂ ਘੱਟ, ਆਪੇ ਰੌਲਾ ਪੈ ਜਾਏਗਾ। ਬਈ ਵੱਡੇ ਮਹਾਂਪੁਰਖ ਜਿਉਂਦੇ ਨੇ, ਤੁਸੀਂ ਉਹਦੇ ਹੁੰਦਿਆਂ ਹੋਏ ਆਪਣੀ ਮਾਨਤਾ ਸ਼ੁਰੂ ਕਰਾਤੀ ਡੇਰੇ 'ਚ। ਹਾਂਜੀ ਵੀ ਦੱਸ ਫਿਰ ਵੱਡਾ ਕਾਹਦਾ ਰਿਹਾ ਹੋ, ਫਿਰ ਤੁਸੀਂ ਬਰਾਬਰ ਦੇ ਹੋ ਗਏ। ਹਾਂਜੀ ਹੁਣ ਗੁਰੂ ਨਾਨਕ ਦੇਵ ਜੀ ਜਿਉਂਦੇ ਜੀ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾਤਾ। ਹੁਣ ਇੱਕੋ ਸਮੇਂ 2 ਗੁਰੂ ਹੋ ਗਏ। ਜਦੋਂ ਗੁਰੂ ਨਾਨਕ ਦੇਵ ਨੇ ਭਾਈ ਲਹਿਣੇ ਮੱਥਾ ਟੇਕ ਕੇ ਉਹਨਾਂ ਗੁਰੂ ਅੰਗਦ ਦੇਵ ਕਹਤਾ ਵੀ ਅੱਜ ਤੋਂ ਭਾਈ ਤੂੰ ਗੁਰੂ ਹੈ। ਹੁਣ ਧਿਆਨ ਦੇਣਾ, ਗੁਰੂ ਨਾਨਕ ਦੇਵ ਜੀ ਜਿਉਂਦੇ ਨੇ, ਉਧਰੋਂ ਗੁਰੂ ਅੰਗਦ ਦੇਵ ਜੀ ਗੁਰੂ ਹੋ ਗਏ। ਇੱਕੋ ਸਮੇਂ 2 ਗੁਰੂ ਨਹੀਂ ਕਿਸੇ ਕੌਮ ਦੇ ਹੋ ਸਕਦੇ। ਇਸ ਲਈ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਚਲੇ ਗਏ ਅਤੇ ਅੰਡਰਗਰਾਊਂਡ ਹੋ ਗਏ। ਭਾਵ ਆਪਣੀ ਭੂਆ ਨੂੰ ਕਹਿਤਾ ਕਿ ਮੈਂ ਇਸ ਕਮਰੇ 'ਚ ਬੰਦ ਹੋਣ ਲੱਗਾ, ਦਰਵਾਜ਼ੇ ਨੂੰ ਬਾਹਰੋਂ ਲਿਪ ਦੇ, ਕਿਸੇ ਨੂੰ ਪਤਾ ਹੀ ਨਾ ਲੱਗੇ ਵੀ ਇੱਥੇ ਕੋਈ ਦਰਵਾਜ਼ਾ ਹੈ, ਕੋਈ ਅੰਦਰ ਹੈ, ਅਤੇ ਕਿਸੇ ਨੂੰ ਦੱਸਣਾ ਨਹੀਂ, ਕਿਸੇ ਨੂੰ ਦੱਸਣਾ ਵੀ ਨਹੀਂ ਮੈਂ ਇੱਥੇ ਹਾਂ। ਗੁਰੂ ਨਾਨਕ ਦੇ ਸਮਾਂ ਪਾ ਕੇ ਜੋਤੀ ਜੋਤ ਸਮਾ ਗਏ। ਹੁਣ ਗੁਰੂ ਅੰਗਦ ਦੇਵ ਜੀ ਪ੍ਰਗਟ ਨਹੀਂ ਹੋ ਰਹੇ, ਸਿੱਖ ਗੁਰੂ ਤੋਂ ਬਿਨਾਂ ਹੋ ਗਏ। ਕਿਉਂ ਗੁਰੂ ਅੰਗਦ ਦੇਵ ਸੋਚਿਆ ਵੀ ਇੱਕੋ ਸਮੇਂ 2 ਗੁਰੂ ਨਹੀਂ ਹੋ ਸਕਦੇ। ਜਿੰਨਾ ਚਿਰ ਗੁਰੂ ਨਾਨਕ ਦੇਵ ਜਿਉਂਦੇ ਨੇ ਮੈਨੂੰ ਪ੍ਰਗਟ ਨਹੀਂ ਹੋਣਾ ਚਾਹੀਦਾ। ਲੋਕ ਉਹਨਾਂ ਨੂੰ ਮੱਥਾ ਟੇਕੀ ਜਾਣ, ਮੈਨੂੰ ਤਾਂ ਮੈਂ ਤਾਂ ਫਿਰ ਉਹਨਾਂ ਦੇ ਬਰਾਬਰ ਹੋ ਗਿਆ। ਇਸ ਲਈ ਉਹਨਾਂ ਨੇ ਆਪਣਾ ਗੁਪਤ ਵਾਸ ਕਰ ਲਿਆ। ਸੰਗਤ ਗਈ, ਬ੍ਰਹਮ ਗਿਆਨੀ ਕਿਹੜੇ ਸਨ, ਬਾਬਾ ਬੁੱਢਾ ਜੀ। ਬਈ ਗੁਰੂ ਅੰਗਦ ਦੇਵ ਦਾ ਨਹੀਂ ਪਤਾ ਨਹੀਂ ਲੱਗ ਰਿਹਾ ਕਿੱਥੇ ਨੇ ਉਹ। ਉਹਨਾਂ ਦਿਵ ਦ੍ਰਿਸ਼ਟੀ ਤਾਂ ਖੁੱਲ੍ਹੀ ਸੀ, ਪਰ ਉਹ ਸ਼ੋਅ ਨਹੀਂ ਸੀ ਕਰਦੇ। ਕਿ ਚਲੋ ਆਪਾਂ ਕਰਦੇ ਹਾਂ ਪਤਾ। ਉਹ ਉਸ ਕਮਰੇ ਕੋਲ ਜਾ ਕੇ ਖੜ੍ਹ ਗਏ। ਉਹਨਾਂ ਦੇ ਭੂਆ ਨੂੰ ਪੁੱਛਦੇ ਨੇ, ਬੀਬੀ ਗੁਰੂ ਅੰਗਦ ਦੇਵ ਜੀ। ਹੁਣ ਗੁਰੂ ਅੰਗਦ ਦੇਵ ਕਿਹਾ ਸੀ ਤੂੰ ਮੇਰੇ ਬਾਰੇ ਦੱਸਣਾ ਨਹੀਂ। ਉਹ ਕਹਿੰਦੇ ਬਾਬਾ ਜੀ ਤੁਹਾਡੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੈ, ਤੁਸੀਂ ਮੈਨੂੰ ਕੀ ਪੁੱਛਦੇ ਹੋ, ਆਪੇ ਵੇਖ ਲਓ ਕਿੱਥੇ ਨੇ। ਉਹ ਆਪਣੇ ਗੱਲ ਸੱਚੀ ਰਹਿ ਗਈ ਕਿ ਉਹਨੂੰ ਕਿਹਾ ਸੀ ਤੂੰ ਦੱਸਣਾ ਨਹੀਂ ਕਿਸੇ ਨੂੰ। ਉਹਨੇ ਇਹ ਨਹੀਂ ਕਿਹਾ ਮੈਨੂੰ ਨਹੀਂ ਪਤਾ, ਇਹ ਝੂਠ ਸੀ। ਫਿਰ ਜੋ ਕਹਿੰਦੇ ਮੈਨੂੰ ਨਹੀਂ ਪਤਾ ਇਹ ਝੂਠ ਹੈ, ਹੁਣ ਪਤਾ ਤਾਂ ਹੈ। ਸਾਡੇ ਵਰਗਾ ਤਾਂ ਕਿ ਮੈਨੂੰ ਨਹੀਂ ਪਤਾ। ਕਿੰਨੀ ਤਗੜੀ ਬੀਬੀ ਹੈ। ਉਹਨੂੰ ਗੱਲ ਸੁੱਝ ਗਈ। ਕਹਿੰਦੇ ਬਾਬਾ ਜੀ ਤੁਸੀਂ ਬ੍ਰਹਮ ਗਿਆਨੀ ਹੋ ਅਤੇ ਤੁਹਾਡੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੈ, ਤੁਸੀਂ ਵੇਖ ਲਓ ਕਿੱਥੇ ਨੇ। ਅਤੇ ਉਹਨਾਂ ਨੇ ਖੁਰਪਾ ਲਿਆ, ਜਿਹੜੇ ਲਿਪਿਆ ਸੀ ਨਾ ਉਹ ਤੋਂ ਉਹ ਲਾ ਤਾ, ਹੇਠਾਂ ਅੱਗੋਂ ਦਰਵਾਜ਼ਾ ਨਿਕਲਿਆ। ਫਿਰ ਆਵਾਜ਼ ਮਾਰਦੇ ਬਾਬਾ ਬੁੱਢਾ ਜੀ ਵੀ ਗੁਰੂ ਮਹਾਰਾਜ ਪ੍ਰਗਟ ਹੋਵੋ, ਸੰਗਤ ਬੜੀ ਵਿਆਕਲ ਹੈ, ਬਾਹਰ ਨਿਕਲੋ, ਪ੍ਰਗਟ ਹੋਵੋ, ਸੰਗਤ ਨੂੰ ਦਰਸ਼ਨ ਦਿਓ। ਫਿਰ ਗੁਰੂ ਮਹਾਰਾਜ ਪ੍ਰਗਟ ਹੋਏ। ਭਾਵ ਇੱਕ ਸਮੇਂ ਇੱਕੋ ਹੀ ਹੈ। ਜਦੋਂ ਡੇਰੇ 'ਚ ਵੱਡੇ ਮਹਾਂਪੁਰਖ ਜਿਉਂਦੇ ਹੁਣ ਕਿਸੇ ਨੂੰ ਮੱਥੇ ਨਹੀਂ ਟਿਕਾਣੇ ਚਾਹੀਦੇ। ਇਹ ਨਹੀਂ ਕਿ ਹਾਂ ਸੰਗਤ ਆ ਕੇ ਮੈਨੂੰ ਵੀ 10-20 ਰੁਪਏ ਦੇਵੇ ਨਾਲ ਮੈਨੂੰ ਮੱਥਾ ਟੇਕੇ। ਫਿਰ ਵੱਡੇ ਬੈਠੇ ਨੇ ਸਾਡੇ ਸਾਹਮਣੇ, ਗੁਰੂਆਂ ਨੇ ਮਰਿਆਦਾ ਰੱਖੀ ਹੋਈ ਹੈ, ਅਸੀਂ ਉਸ ਮਰਿਆਦਾ ਨੂੰ ਕਾਇਮ ਰੱਖਣਾ ਹੈ। ਮਰਿਆਦਾ ਵੀ ਵੱਡੇ ਮਹਾਂਪੁਰਖ ਬੈਠੇ ਨੇ, ਜੇ ਤੁਹਾਨੂੰ ਕੋਈ ਦੂਜੇ ਨੂੰ ਮੱਥਾ ਉਹਨਾਂ ਕੇ ਨਾ ਪਏ, ਵੱਡੇ ਉਹਨਾਂ ਕੋਲ ਜਾਓ, ਵੱਡਿਆਂ ਕੋਲ ਜਾਓ, ਉਹਨਾਂ ਕੋਲ ਜਾਓ। ਹਾਂ ਜਦੋਂ ਨਹੀਂ ਰਹਿਣਗੇ ਫਿਰ ਕੋਈ ਹੋਰ ਦੂਜਾ ਵੱਡਾ ਹੋ ਜਾਏਗਾ, ਫਿਰ ਹੋਰ ਗੱਲ ਹੁੰਦੀ ਹੈ। ਇਸ ਲਈ ਕਹਿੰਦੇ ਹੇ ਸੰਤੋ ਕਹਿਓ ਕਬੀਰ ਵਿਚਾਰ ਕੇ ਸੰਤ ਸੁਣੋ ਮਨ ਮਾਹੇ। ਕਬੀਰ ਸਾਹਿਬ ਕਹਿੰਦੇ ਮੈਂ ਵਿਚਾਰ ਕੇ ਵੇਖ ਲਿਆ ਕਿ ਜਿੱਥੇ ਰੱਬੀ ਗਿਆਨ ਹੋਏਗਾ ਉੱਥੇ ਡਰ ਨਹੀਂ ਹੋਏਗਾ, ਅਤੇ ਜਿੱਥੇ ਡਰ ਹੈ ਉੱਥੇ ਰੱਬ ਨਹੀਂ ਹੈ। ਹੇ ਸੰਤੋ ਆਪਣੇ ਮਨ 'ਚ ਧਿਆਨ ਦਿਓ, ਇਸ ਗੱਲ ਦਾ ਸੁਣੋ। ਅੱਗੇ ਕਬੀਰ ਸਾਹਿਬ ਕਹਿੰਦੇ ਕਬੀਰ ਜਿਨੋਂ ਕਿਛੂ ਜਾਣਿਆ ਨਹੀਂ, ਤਿਨ ਸੁਖ ਨੀਂਦ ਬਿਹਾਏ, ਹਮੋ ਜੋ ਬੂਝਾ ਬੂਝਨ ਪੂਰੀ ਪਰੀ ਬੁਲਾਏ।
ਕਹਿੰਦੇ ਜਿਨ੍ਹਾਂ ਨੇ ਰੱਬ ਬਾਰੇ ਕੋਈ ਗਿਆਨ ਹੀ ਨਹੀਂ, ਜਿਨ੍ਹਾਂ ਨੂੰ ਵੀ ਭਾਈ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਭਜਨ ਬੰਦਗੀ ਕਰਨੀ ਚਾਹੀਦੀ ਹੈ, ਇਸ਼ਨਾਨ ਕਰਨਾ ਚਾਹੀਦਾ ਹੈ, ਜਿਨ੍ਹਾਂ ਨੂੰ ਕਹਿੰਦੇ ਇਸ ਗੱਲ ਦਾ ਗਿਆਨ ਹੀ ਨਹੀਂ ਹੈ, ਤਿੰਨ ਸੁੱਖ ਨੀਂਦ ਵਿਹਾਏ, ਉਹਨੂੰ ਕਹਿੰਦੇ ਸੁੱਖ ਦੀ ਨੀਂਦੇ ਸੌਂਦੇ ਨੇ। ਕਿਉਂ? ਉਹ ਕਹਿੰਦੇ ਈਟ ਡਰਿੰਕ ਐਂਡ ਬੀ ਮੈਰੀ। ਖਾਂਦੇ ਤਾਂ ਆਪਾਂ ਵੀ ਹਾਂ, ਪੀਂਦੇ ਤਾਂ ਆਪਾਂ ਵੀ ਹਾਂ, ਪਰ ਹੁਣ ਦਾ ਈਟ ਤੋਂ ਭਾਵੇਂ ਮੀਟ ਖਾਓ ਅਤੇ ਡਰਿੰਕ ਤੋਂ ਭਾਵੇਂ ਸ਼ਰਾਬ ਪੀਓ। ਕਹਿੰਦੇ ਖਾਓ ਪੀਓ ਮੌਜ ਕਰੋ, ਕਿਉਂਕਿ ਜਿਸ ਉਦੇਸ਼ ਲਈ ਮਨੁੱਖਾ ਜੀਵਨ ਮਿਲੇ ਉਸ ਉਦੇਸ਼ ਦਾ ਉਹਨਾਂ ਨੂੰ ਗਿਆਨ ਹੀ ਨਹੀਂ ਹੈ ਕਿ ਮਨੁੱਖਾ ਜੀਵਨ ਕਾਹਦੇ ਲਈ ਮਿਲਿਆ। ਜੇ ਗਿਆਨ ਹੋ ਜਾਊਗਾ ਫਿਰ ਨਹੀਂ ਸੁੱਖ ਦੀ ਨੀਂਦ ਸੌਂ ਸਕਦੇ, ਫਿਰ ਅਲਾਰਮ ਲਾਉਣਗੇ, ਹਾਂ 4 ਵਜੇ ਉੱਠਣਾ, ਹਾਂ ਨਹਾਉਣਾ, ਨਿਤਨੇਮ ਕਰਨਾ, ਸਿਮਰਨ ਕਰਨਾ, ਦਿਨੇ ਵੀ ਲੱਗੇ ਰਹਿਣਾ। ਹੋ ਗਏ ਨਾ, ਵਕਤ ਨੂੰ ਫੜੇ ਗਏ, ਦੂਜੇ ਵਾਲੀ ਤਾਂ ਵਕਤ ਨੂੰ ਫੜੇ ਗਏ। ਅਗਲਾ ਕਹਿੰਦਾ ਕੀ ਯਾਰ ਤੂੰ ਵਕਤ ਨੂੰ ਫੜਿਆ। ਇੱਕ ਕਹਿੰਦਾ ਜੀ ਮੈਂ ਜੋ ਸਵੇਰੇ ਉੱਠ ਕੇ ਇਸ਼ਨਾਨ ਕਰਦਾ, ਘਰ ਦੇ ਜੀ ਤੰਗ ਹੁੰਦੇ ਨੇ, ਕਹਿੰਦਾ ਤੂੰ ਨਾ ਆਪ ਸੌਣਾ ਨਾ ਸਾਨੂੰ ਸੌਣ ਦਿੰਦਾ। ਮੈਂ ਇਹਦਾ ਇੱਕ ਹੀ ਢੰਗ ਹੈ ਭਰਾਵਾ, ਕਾਹਨੂੰ ਘਰ 'ਚ ਲੜਾਈ ਪੈਦਾ ਕਰਦਾ। ਤੂੰ ਨਾ ਸਿਮਰਨ ਉੱਠ ਕੇ ਸਿਮਰਨ ਕਰੀ ਜਾ ਕਰ, ਤੈਨੂੰ ਲਾਈਟ ਜਗਾਉਣ ਦੀ ਲੋੜ ਹੀ ਨਹੀਂ, ਲੇਟਿਆ ਲੇਟਿਆ ਕਰੀ ਜਾ, ਬਹਿ ਕੇ ਕਰੀ ਜਾ। ਸਿਮਰਨ ਅਸੀਂ ਕਿਸੇ ਵੀ ਹਾਲਤ ਵਿੱਚ ਕਰ ਸਕਦੇ ਹਾਂ। ਲੇਟੇ ਸਿਮਰਨ ਕਰਦੇ ਹੋ, ਬੈਠੇ ਸਿਮਰਨ ਕਰ ਸਕਦੇ ਹੋ, ਰਾਤ ਨੂੰ ਕਰ ਸਕਦੇ ਹੋ, ਦਿਨੇ ਕਰਦੇ ਹੋ, ਸਫ਼ਰ 'ਚ ਕਰ ਸਕਦੇ ਹੋ, ਸੈਰ ਕਰਦੇ ਕਰ ਸਕਦੇ ਹੋ, ਜੁੱਤੀਆਂ ਪਾ ਕੇ ਤੁਸੀਂ ਸਿਮਰਨ ਕਰ ਸਕਦੇ ਹੋ, ਕਿਉਂਕਿ ਮੂੰਹ ਜਵਾਨੀ 'ਚ ਕਰ ਰਹੇ ਹੋ। ਇਸ ਲਈ ਤੁਸੀਂ ਸਿਮਰਨ ਕਰਦੇ ਰਿਹਾ ਕਰੋ। ਜਦੋਂ ਆਮ ਉੱਠਣ ਦਾ ਵੇਲਾ ਹੋ ਜਾਏ ਉਦੋਂ ਉੱਠ ਕੇ ਇਸ਼ਨਾਨ ਕਰਕੇ ਆਪਣਾ ਨਿਤਨੇਮ ਕਰ ਲਓ, ਫਿਰ ਤੁਹਾਨੂੰ ਘਰ ਦੇ ਜੀ ਕੁਛ ਨਹੀਂ ਕਹਿਣਗੇ। ਨਹੀਂ ਫਿਰ ਘਰ 'ਚ ਤੂੰ ਮੈਂ ਹੋਏਗੀ, ਪੀਸ ਆਫ ਮਾਈਂਡ ਖਰਾਬ ਹੋਏਗਾ, ਅਤੇ ਉਹ ਫਾਇਦਾ ਕਿਆ? ਉਹ ਤੁਹਾਨੂੰ ਦੁਰਸੀਸਾ ਦੇਈ ਜਾਣ। ਉਹਨਾਂ ਨੂੰ ਤਾਂ ਗਿਆਨ ਨਹੀਂ, ਉਹਨਾਂ ਨੂੰ ਤਾਂ ਗਿਆਨ ਨਹੀਂ, ਤੁਹਾਨੂੰ ਗਿਆਨ ਹੈ। ਤੁਹਾਨੂੰ ਗਿਆਨ ਹੈ, ਇਸ ਲਈ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹੋ, ਖੜਕਾ ਤਾਂ ਹੋਏਗਾ ਹੀ ਹੋਏਗਾ। ਤੁਹਾਨੂੰ ਗਿਆਨ ਹੈ, ਉਹਨਾਂ ਨੂੰ ਗਿਆਨ ਨਹੀਂ। ਇਸ ਲਈ ਕਹਿੰਦੇ ਕੀ ਇਹਨੇ ਸਾਨੂੰ ਵਕਤ ਖੜਾ ਕੀਤਾ ਹੋਇਆ ਹੈ। ਜਿਵੇਂ ਭਾਈ ਜੇ ਬੋਲ ਪਏ ਸਵੇਰੇ 4 ਵਜੇ, ਉੱਠੋ ਭਾਈ ਅੰਮ੍ਰਿਤ ਵੇਲਾ ਹੋ ਗਿਆ, ਨਹਾ ਧੋ ਕੇ ਗੁਰਦੁਆਰੇ ਪਹੁੰਚੋ, ਅਤੇ ਜਿਹਨਾਂ ਨੂੰ ਸਪੀਕਰ ਸੁਣ ਰਿਹਾ ਉਹ ਕਈ ਵਿੱਚ ਗਾਲਾਂ ਕੱਢਦੇ, ਆਹ ਸੜਿਆ ਜਾਂ ਨਾ ਸੌਂਦਾ ਨਾ ਸੌਣ ਦਿੰਦਾ, ਅਤੇ ਪਤਾ ਨਹੀਂ ਕੀ ਕੁਛ ਕਹਿੰਦੇ ਹੋਣਗੇ। ਆਪਣੇ ਸਿਰ 'ਤੇ ਵੀ ਭਾਰ ਚੱਕਦੇ ਨੇ। ਉਹ ਨਿੰਦਿਆ ਕਾਰਨ ਨੇ ਅੰਮ੍ਰਿਤ ਵੇਲੇ ਭਾਈ ਦੀ। ਅੰਮ੍ਰਿਤ ਵੇਲਾ ਨਿੰਦਿਆ ਕਰਨ ਲਈ ਨਹੀਂ ਹੁੰਦਾ, ਅੰਮ੍ਰਿਤ ਵੇਲੇ ਦੇ ਨਾਮ ਜਪ ਵਡਿਆਈ ਕਰਨ ਲਈ ਹੁੰਦਾ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਉਹਦੇ ਨਾਮ ਜਪਣ ਦਾ ਅਤੇ ਪਰਮਾਤਮਾ ਦੀ ਵਡਿਆਈ ਕਰਨ ਦਾ ਵੇਲਾ ਹੈ, ਅਤੇ ਉਸ ਵੇਲੇ ਉਹਨੂੰ ਦੁਰਸੀਸਾ ਜੀ ਦੇਈ ਜਾਂਦੇ ਨੇ, ਅਬਤੋ ਬੋਲੀ ਜਾਂਦੇ। ਹਾਂਜੀ, ਉਹ ਦੂਰਾ ਭਾਰ ਉਹਨਾਂ ਚੜ੍ਹ ਰਿਹਾ ਵੀ ਆਪ ਉੱਠਦੇ ਨਹੀਂ, ਅਤੇ ਜਿਹੜਾ ਉੱਠਿਆ ਹੋਇਆ ਹੈ ਇਸ ਲਈ ਲੋੜ ਹੀ ਨਹੀਂ ਹੈਗੀ ਕਹਿਣ ਦੀ। ਅੰਮ੍ਰਿਤ ਵੇਲੇ ਸਭ ਕੋਲ ਘੜੀਆਂ ਨੇ, ਜਿੰਨੇ ਗੁਰਦੁਆਰੇ ਆਉਣਾ ਆਪੇ ਆ ਜਾਏਗਾ, ਆਪੇ ਆ ਜਾਏਗਾ। ਇੱਕ ਵਾਰੀ ਬਾਹਰ ਲਿਖ ਕੇ ਭਾਵੇਂ ਲਾ ਦਿਓ ਵੀ ਇੰਨੇ ਵਜੇ ਭਾਈ ਆਸਾ ਦੀ ਵਾਰ ਜਾਂ ਜੋ ਵੀ ਸ਼ੁਰੂ ਹੁੰਦੀ ਹੈ, ਅਤੇ ਸੰਗਤ ਨੂੰ ਬੇਨਤੀ ਵੀ ਇੰਨੇ ਵਜੇ ਪਹੁੰਚ ਜਾਇਆ ਕਰੋ। ਕਈ ਹੈ ਮੇਰੇ ਤੋਂ ਜਿਹੜੇ ਹੁਣ ਤਾਂ ਹਟ ਕੇ ਪਹਿਲਾਂ ਆ ਜਾਂਦੇ ਸਨ, ਕੋਈ ਮਰਗ ਹੋ ਗਈ ਹੈ, ਭੋਗ ਪਾਉਣਾ ਨਾ ਜੀ, ਅਨਾਊਂਸਮੈਂਟ ਕਰਨੀ ਹੈ, ਉਹ ਜੀ ਆ ਅਨਾਊਂਸਮੈਂਟ ਕਰ ਫਲਾਣਾ ਸਵਰਗਵਾਸ ਹੋ ਗਿਆ ਜੀ, ਇੰਨੇ ਵਜੇ ਅਰਥੀ ਜਾਏਗੀ। ਮੈਂ ਸਾਡੇ ਤਾਂ ਸਪੀਕਰ ਹੀ ਕੋਈ ਨਹੀਂ ਲੱਗਾ ਉੱਪਰ। ਬਸ ਭਾਈ ਸਪੀਕਰ ਹੀ ਨਹੀਂ ਲਾਇਆ, ਤੇਰੀ ਅਨਾਊਂਸਮੈਂਟ ਕੀ ਕਰੀਏ? ਅਸੀਂ ਕਿਸੇ ਨੂੰ ਕੋਈ ਡਿਸਟਰਬ ਨਹੀਂ ਕਰਦੇ ਵੀ ਆਲਾ ਕਹਿੰਦਾ ਕੀ ਰੌਲਾ ਜਿਹਾ ਪੈ ਜਾਂਦਾ ਸਵੇਰੇ ਸਵੇਰੇ। ਨਾਲੇ ਮੈਨੂੰ ਮਹਾਂਪੁਰਖਾਂ ਨੇ, ਸੰਤ ਸੀਤਲ ਸਿੰਘ ਨੇ, ਉਹ ਨਾ ਖਾਸ ਹਦਾਇਤ ਕਰਦੇ ਸਨ, ਖਬਰਦਾਰ ਕਹਿੰਦੇ ਜੇ ਤੁਹਾਡੇ ਘਰੋਂ ਬਾਣੀ ਦੀ ਆਵਾਜ਼ ਲੋਕਾਂ ਤੱਕ ਗਈ ਤਾਂ ਕਹੇ ਤੂੰ ਤਾਂ ਸਾਰੀ ਬਾਣੀ ਖੰਡਿਆਤੀ, ਤੁਹਾਡੇ ਹਿੱਸੇ ਕੀ ਸੁਆਇਆ? ਤੁਸੀਂ ਸਪੀਕਰ ਲਾ ਕੇ ਛੱਤ 'ਤੇ ਸਾਰੀ ਬਾਣੀ ਖੰਡਿਆ ਦੀ, ਤੁਹਾਡੇ ਹਿੱਸੇ ਕੀ ਆਇਆ? ਤੁਹਾਡੇ ਹਿੱਸੇ ਕੀ ਆਇਆ? ਉਹ ਸਾਰੀ ਰੱਖੋ ਕੋਲ, ਮਤ ਕਿਸੇ ਨੂੰ ਸੁਣਾਓ, ਜਿਹਨੂੰ ਲੋੜ ਹੋਏਗੀ ਆਪੇ ਸੁਣਨ ਆ ਜਾਏਗਾ। ਉਹ ਨਹੀਂ ਸੀ ਲਾਉਣ ਦਿੰਦੇ ਸਪੀਕਰ, ਉਹ ਸਪੀਕਰ ਨਹੀਂ ਸੀ ਲਾਉਣ ਦੇ ਕਿਸੇ ਘਰ 'ਚ। ਜੇ ਲਾਉਣਾ ਕਹਿੰਦੇ ਵਿਹੜੇ ਵਿੱਚ ਹੀ ਹੋਣਾ, ਤੁਹਾਡੀ ਆਵਾਜ਼ ਹੋਣੀ ਚਾਹੀਦੀ। ਜੇ ਸੰਗਤ ਜ਼ਿਆਦਾ ਕਮਰੇ 'ਚ ਨਹੀਂ
ਆ ਸਕਦੀ, ਵਿਹੜੇ 'ਚ ਬੈਠੇ ਉਹਨਾਂ ਕੀ ਆਵਾਜ਼ ਕਰੋ ਜਿਹਨੇ ਉਹਨਾਂ ਨੂੰ ਸੁਣੇ, ਬਾਹਰ ਦੇ ਲੋਕਾਂ ਨੂੰ ਨਹੀਂ ਸੁਣਨੀ ਚਾਹੀਦੀ। ਜਿਵੇਂ ਤੁਹਾਨੂੰ ਦੇਗ ਮਿਲੀ ਹੈ, ਇਹ ਬਖਸ਼ਿਸ਼ ਹੈ ਗੁਰੂ ਦੀ। ਐਵੇਂ ਨਹੀਂ ਵੰਡਦੇ ਫਿਰਨਾ ਲੋਕਾਂ ਨੂੰ, ਆ ਤੂੰ ਵੀ ਲੈ ਲਾ, ਤੂੰ ਵੀ ਲੈ ਲਾ। ਤੁਸੀਂ ਤਾਂ ਬਖਸ਼ਿਸ਼ ਹੀ ਵੰਡਦੇ, ਤੁਹਾਡੇ ਪੱਲੇ ਕੀ ਰਿਹਾ? ਗੁਰੂ ਨੇ ਤੁਹਾਡੇ 100 ਰੁਪਈਏ ਦਿੱਤਾ, 75 ਤੁਸੀਂ ਵਿੱਚ ਲੋਕਾਂ ਨੂੰ ਦਿੱਤੇ, 25 ਰਹਿ ਗਏ ਤੁਹਾਡੇ ਹਿੱਸੇ। ਉਹ ਤਾਂ ਬਖਸ਼ਿਸ਼ ਹੈ, ਉਹ ਤਾਂ ਪ੍ਰਸਾਦ ਹੈ, ਉਹ ਤਾਂ ਕਿਰਪਾ ਹੈ ਗੁਰੂ ਦੀ। ਜੇ ਅਸੀਂ ਕਹੇ ਇੰਨੀ ਐਂ ਕਰਾਂ ਇੰਨੀ, ਉਹ ਕਮਲੇ ਉਹ ਤਾਂ ਗੁਰੂ ਦੀ ਕਿਰਪਾ ਤੁਹਾਡੇ 'ਤੇ ਹੋ ਰਹੀ ਹੈ। ਉਹ ਤੁਹਾਨੂੰ ਜੇ ਸ਼ੂਗਰ ਹੈ ਤੁਸੀਂ ਦੇਗ ਖਾਓ, ਸਗੋਂ ਠੀਕ ਹੋ ਜਾਓਗੇ। ਅਤੇ ਤੁਸੀਂ ਐਂ ਕਰ ਦਿਓ ਵੀ ਰਤੀ ਕੀ ਚਾਹੀਦੀ ਹੈ, ਉਹ ਤਾਂ ਬਖਸ਼ਿਸ਼ ਹੈ। ਜੇ ਤੁਹਾਨੂੰ ਇੰਨੇ ਵਹਿਮ ਹੈ ਹੋਰ ਮਿੱਠਾ ਨਾ ਖਾਓ, ਸਾਰਾ ਦਿਨ ਹੋਰ ਮਿੱਠਾ ਨਾ ਖਾਓ, ਜਿੰਨੀ ਉਹ ਭਾਈ ਤੁਹਾਨੂੰ ਦੇਗ ਦੇ ਰਿਹਾ ਉਨੀ ਲੈ ਲਓ, ਮਤ ਕੋਈ ਨਹੀਂ ਚਾਹੀਦੀ, ਉਹ ਬਖਸ਼ਿਸ਼ ਹੈ ਗੁਰੂ ਦੀ। ਦੇਗ ਦੇ ਮੁਕਾਬਲੇ ਦੀ ਸਿੱਖ ਧਰਮ 'ਚ ਹੋਰ ਕੋਈ ਚੀਜ਼ ਨਹੀਂ ਹੈ। ਦੇਗ ਦੇ ਇੱਕ ਕਿਨਕਾ ਵੀ ਡਿੱਗ ਪਏ ਨਾ, ਮੈਂ ਦੇਖਿਆ ਲੋਕ ਉਹਨੂੰ ਚੱਕ ਕੇ ਮੂੰਹ 'ਚ ਪਾਉਂਦੇ ਨੇ। ਫਿਰ ਕੋਈ ਗੱਲ ਹੈ ਹੀ ਹੈ ਨਾ, ਵਿਚਾਰ ਕਰਨ ਵਾਲੀ ਗੱਲ ਹੈ ਵੀ ਆਖਰਕਾਰ ਇਹਦੀ ਕੋਈ ਮਹਾਨਤਾ ਹੈ ਹੀ ਹੈ ਨਾ। ਲੰਗਰ ਤੁਸੀਂ ਜੂਠਾ ਛੱਡ ਆਉਂਦੇ ਹੋ, ਲੰਗਰ ਜੂਠਾ ਛੱਡ ਆਉਂਦੇ ਹੋ। ਦੇਗ ਦਾ ਜੀ ਇੱਕ ਕਿਨਕਾ ਵੀ ਧਰਤੀ 'ਤੇ ਡਿੱਗਿਆ ਉਹਨੂੰ ਤੁਸੀਂ ਮੂੰਹ 'ਚ ਪਾਉਂਦੇ ਹੋ, ਉਹਨੂੰ ਤੁਸੀਂ ਮੂੰਹ 'ਚ ਪਾਉਂਦੇ। ਇੱਕ ਕਹਿੰਦੇ ਸਿੱਖ ਧਰਮ ਦੇਗ ਦੀ ਕਿਉਂ ਮਹਾਨਤਾ ਹੈ। ਮੈਂ ਜੋ ਗੁਰੂ ਨਾਨਕ ਦੇਵ ਜੀ ਗਏ ਸਨ ਸੁਮੇਰ ਪਰਬਤ 'ਤੇ, ਉਹ ਸਾਰੇ ਬੁੱਢੇ ਠੇਰੇ ਸਨ, ਜੋਗੀ, ਦੰਦ ਦੁੰਦ ਉਹਨਾਂ ਦੇ ਨਿਕਲ ਗਏ ਸਨ, 4-4 5-5 ਸਾਲਾਂ ਦੇ ਬੈਠੇ, 100 ਸਾਲਾਂ ਦੇ ਬੈਠੇ ਸਨ। ਉਹ ਗੁਰੂ ਨੇ ਬਾਲੇ ਸਾਨੂੰ ਕੋਈ ਐਸੀ ਚੀਜ਼ ਖਵਾ ਜਿਹੜੀ ਨਰਮ ਹੋਵੇ। ਹੁਣ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਅੱਗ ਵਾਲਾ ਦੇਵਤਾ ਸੱਦ ਲਿਆ, ਜਾ ਬਈ ਪਾਣੀ ਵਾਲਾ ਸੱਦ ਲਿਆ, ਕੋਈ ਇੱਕ ਪਰਾਤ ਲੈ ਕੇ ਆ ਰਿਹਾ, ਇੱਕ ਕੜਾਹੀ ਲੈ ਕੇ ਆ ਰਿਹਾ, ਕੋਈ ਖੁਰਚਣਾ ਲੈ ਕੇ ਆ ਰਿਹਾ, ਕੋਈ ਆਟਾ ਲੈ ਕੇ ਆ ਰਿਹਾ, ਕੋਈ ਮਿੱਠਾ ਲੈ ਕੇ ਆ ਰਿਹਾ, ਸਾਰੇ ਇਕੱਠੇ ਕਰ ਲਏ। ਉਹ ਕਾਫੀ ਸਾਰੀ ਦੇਗ ਬਣਾ ਕੇ ਅਤੇ ਗੁਰੂ ਮਹਾਰਾਜ ਉਹਨਾਂ ਕੋਲ ਲੈ ਗਏ। ਸੋ ਉੱਥੋਂ ਫਿਰ ਦੇਗ ਦਾ ਰਿਵਾਜ਼ ਸਿੱਖ ਕੌਮ 'ਚ ਪੈ ਗਿਆ ਵੀ ਹਾਂ ਗੁਰੂ ਮਹਾਰਾਜ ਨੇ ਆਪਣੇ ਹੱਥਾਂ ਨਾਲ ਦੇਗ ਤਿਆਰ ਕੀਤੇ ਅਤੇ ਸਾਧੂਆਂ ਨੇ ਛਕਾਈ ਹਨ। ਸੋ ਇਸ ਲਈ ਕਬੀਰ ਜਿਹਨੂੰ ਕੁਛ ਜਾਣਿਆ ਨਹੀਂ, ਜਿਹਨਾਂ ਨੂੰ ਰੱਬ ਦਾ ਕੋਈ ਪਤਾ ਹੀ ਨਹੀਂ, ਇਹ ਜੀਵਨ ਦਾ ਉਦੇਸ਼ ਕੀ ਹੈ ਜਿਹਨੂੰ ਪਤਾ ਹੀ ਨਹੀਂ, ਅਸੀਂ ਕਾਹਦੇ ਲਈ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ। ਉਹ ਕਹਿੰਦੇ ਦੇਖਣ ਨੂੰ ਕੀ ਹੈ, 3 ਸੁੱਖ ਨੀਂਦ ਵਿਹਾਏ। ਐ ਸਮਝੋ ਤਾਂ ਸੁੱਖ ਦੀ ਨੀਂਦ ਸੌਂ ਰਹੇ ਨੇ, ਹੈ ਅਗਿਆਨਤਾ ਦੀ ਨੀਂਦ, ਜਿਹਨੂੰ ਉਹ ਲੋਕ ਸੁੱਖ ਦੀ ਨੀਂਦ ਗਿਣਦੇ ਨੇ, ਅਸਲੀ ਅਗਿਆਨਤਾ ਦੀ ਨੀਂਦ ਹੈ। ਅਗਿਆਨੀ ਨੇ ਸੁੱਤੇ ਪਏ ਨੇ, ਅਗਿਆਨੀ ਬੰਦੇ ਹੀ 8-9 ਵਜੇ ਤੱਕ ਸੁੱਤੇ ਰਹਿੰਦੇ ਨੇ। ਆਨੰਦ ਨਗਰ 20 ਦੇ ਵਿੱਚ ਪ੍ਰੋਗਰਾਮ ਸੀ, ਪ੍ਰੋਗਰਾਮ ਤੋਂ ਬਾਅਦ 11 ਕੁ ਵੱਜ ਗਏ, 11 ਸਾਢੇ 11 ਵੱਜ ਗਏ। ਇੱਕ ਬੀਬੀ ਕਹਿੰਦੀ ਸਾਡੇ ਘਰ ਚਰਨ ਪਾਇਓ ਜੀ। ਮੈਂ ਯਾਰ ਨਾਲ ਹੱਸ ਰਿਹਾ, ਮੈਂ ਬੀਬੀ ਜੀ ਮੇਰੇ ਨਾਲ ਅਜੇ ਚਰਨ ਨਹੀਂ ਬਣੇ, ਅਜੇ ਪੈਰ ਹੀ ਨੇ, ਸਿਰਫ ਤੁਹਾਨੂੰ ਭੁਲੇਖਾ ਹੈਗਾ। ਕਹਿੰਦੇ ਜੀ ਨਹੀਂ, ਕੋਈ ਵੀ ਨਹੀਂ ਸਾਧ ਕਹਿੰਦਾ ਮੇਰੇ ਚਰਨ ਨੇ। ਚਲੋ ਮੈਨੂੰ ਚੁੱਪ ਕਰਾਤਾ। ਕਹਿੰਦੇ ਕੋਈ ਸਾਧ ਕਹਿੰਦਾ ਮੇਰੇ ਚਰਨ ਨੇ, ਮੈਂ ਚ ਗੱਲਾਂ ਕਰੀ ਜਾਂਦਾ। ਮੈਂ ਜਿਉਂ ਹੀ ਉਹਨਾਂ ਦੇ ਘਰ 'ਚ ਪੈਰ ਧਰਿਆ, ਜਿਵੇਂ ਭੈ ਆਉਂਦਾ ਨਾ, ਇੱਕਦਮ ਮੇਰੇ ਮਨ ਨੂੰ ਹੋਇਆ। ਹੁਣ ਉਹਨੇ ਕਿਹਾ ਸੀ ਚਲੋ ਚਰਨ ਹੀ ਪਾਉਣ ਨੂੰ ਕਿਹਾ ਸੀ, ਕੋਈ ਬੈਠਣ ਖਾਣ ਨੂੰ ਨਹੀਂ ਸੀ ਕਿਹਾ। ਮੈਂ ਅੱਗੇ ਜਾਣਾ। ਕਹਿੰਦੇ ਕੋਈ ਗੱਲ ਨਹੀਂ, ਬਸ ਤੁਸੀਂ ਇੱਕ ਵਾਰੀ ਚਰਨ ਪਾ ਦਿਓ। ਉਹ ਕੁਦਰਤੀ ਇਸ ਪਾਸਿਓਂ ਦੂਜੇ ਪਾਸੇ ਵੀ ਗਲੀ ਸੀ ਉਹਨਾਂ ਦੇ। ਮੈਂ ਇੱਕ ਕਮਰੇ 'ਚ ਦੂਜੇ ਤੀਜੇ ਗਿਆ। ਸਰਦਾਰ ਇੱਕ ਪਿਆ, ਕੱਛਾ ਬਨੈਣ ਪਾਈ ਹੋਈ ਹੈ, 11:30 ਵਜੇ ਸੁੱਤਾ ਹੋਇਆ ਹੈ। ਮੈਂ ਲੈ ਇਹਨੇ ਸ਼ਰਾਬ ਪੀਤੀ ਹੋਈ ਹੈ, ਇਹ ਪਿਆ ਦਿਨੇ 11:30 ਤੱਕ ਪਿਆ, ਪਤਾ ਨਹੀਂ ਕਦੋਂ ਇਹਦਾ ਅੰਮ੍ਰਿਤ ਵੇਲਾ ਹੋਵੇਗਾ। ਅਤੇ ਮੈਂ ਦੂਜੇ ਬੂਹੇ 'ਚ ਨਿਕਲ ਗਿਆ ਫਟਾਫਟ। ਭੈ ਮੈਂ ਵਾਕਈ ਗੁਰੂ ਕਬੀਰ ਸਾਹਿਬ ਆਏਗਾ ਅੱਗੇ। ਕਹਿੰਦੇ ਜਿਸ ਘਰ 'ਚ ਨਾਮ ਨਹੀਂ ਨਾ ਜਪਿਆ ਜਾਂਦਾ, ਉੱਥੇ ਬੰਦੇ ਨਹੀਂ ਰਹਿੰਦੇ, ਉੱਥੇ ਭੂਤ ਪ੍ਰੇਤ ਰਹਿੰਦੇ ਨੇ। ਅਤੇ ਜਿਵੇਂ ਭੂਤਾਂ ਪ੍ਰੇਤਾਂ ਦਾ ਭੈ ਆਉਂਦੇ ਨਾ, ਉਸ ਘਰ 'ਚ ਮੈਨੂੰ ਭੈ ਆਇਆ, ਮੁੜ ਕੇ ਨਹੀਂ ਮੈਂ ਉਹਨਾਂ ਦੇ ਘਰ ਗਿਆ। ਮੈਨੂੰ ਦੇ ਸ਼ਰਾਬੀਆਂ ਕਬਾਬੀਆਂ ਦੇ ਕਿਆ ਕਰਨ ਜਾਣਾ, ਘਰਾਂ 'ਚ ਵੱਧਦੇ। ਸੋ ਉਹ ਤਾਂ ਸੁੱਖ ਦੀ ਨੀਂਦ ਸੁੱਤੇ ਨੇ। ਉਹ ਸਮਝਦੇ ਅਸੀਂ ਸੁੱਖ ਦੀ ਨੀਂਦ ਸੁੱਤੇ, ਨਹੀਂ, ਅਗਿਆਨਤਾ ਦੀ ਨੀਂਦ ਸੁੱਤੇ ਹੋਏ ਨੇ, ਅਗਿਆਨੀ ਨੇ ਉਹ।
ਹਮੋ ਜੋ ਬੂਝਾ ਬੂਝਨ, ਕਹਿੰਦੇ ਜਿਹੜੀ ਬੁੱਝਣ ਵਾਲੀ ਗੱਲ ਸੀ ਉਹ ਅਸੀਂ ਬੁੱਝ ਲਈ ਹੈ। ਸਾਨੂੰ ਕਹਿੰਦੇ ਸੋਝੀ ਆ ਗਈ ਹੈ, ਪੂਰੀ ਪਰੀ ਬਲਾਏ ਸਾਡੇ ਗਲ 'ਤੇ ਬਲਾ ਪੈ ਗਈ। ਆਲਾ ਕਹਿੰਦਾ ਆ ਕੀ ਬਲਾ ਗਲ ਪਈ, ਮੁਸੀਬਤ। ਮੁਸੀਬਤ ਨੂੰ ਪੱਕ ਦੇ ਕੀ ਕਹਿੰਦੇ, ਬਲਾ। ਕਹੇ ਸਾਡੇ ਲਈ ਤਾਂ ਬਲਾ ਹੈ, ਮੁਸੀਬਤ ਗਲ ਪੈ ਗਈ। ਕਿਉਂ? ਉੱਠੋ ਜੀ ਸਵੇਰੇ ਸਵੇਰੇ, ਹੁਣ ਗਿਆਨ ਹੋ ਗਿਆ। ਗਿਆਨ ਹੋ ਗਿਆ, ਰੱਬ ਦੀ ਪ੍ਰਾਪਤੀ ਕਰਨੀ ਹੈ। ਅਤੇ ਰੱਬ ਦੀ ਪ੍ਰਾਪਤੀ 2-4 ਘੰਟੇ ਸਿਮਰਨ ਨਾਲ ਥੋੜ੍ਹੇ ਆਏਗਾ। ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਹਰ ਵਕਤ ਸਿਮਰਨ ਕਰਨਾ ਪਵੇਗਾ। ਕਹਿੰਦੇ ਹੁਣ ਅਸੀਂ ਇਸੇ ਪਾਸੇ ਲੱਗੇ ਰਹਿੰਦੇ ਹਾਂ। ਅਤੇ ਅਗਲਾ ਦੂਜਾ ਕੋ ਤੂੰ ਕੀ ਗੱਲ 'ਚ ਬਲਾ ਪਾ ਲਈ, ਤੂੰ ਸੌਂ ਜਾ ਆਰਾਮ ਨਾਲ। ਸੋ ਇਸ ਲਈ ਕਹਿੰਦੇ ਸਾਡੇ ਲਈ ਤਾਂ ਐਂ ਸਮਝੋ ਸਾਡੇ ਗੱਲ 'ਤੇ ਬਲਾ ਪੈ ਗਈ। ਉਂਝ ਭੂਤ ਪ੍ਰੇਤ ਨੂੰ ਬਲਾ ਕਹਿੰਦੇ ਨੇ। ਅਜੀ ਬੇਬੇ ਕਈ ਵਾਰੀ ਕਹੇ ਬੜੀਆਂ ਬਲਾਵਾਂ ਹੁੰਦੀਆਂ ਨੇ। ਤੂੰ ਕਾਕਾ ਜਦੋਂ ਮੜੀਆਂ ਕੋਲੋਂ ਛੋਟੇ ਹੁੰਦੇ ਆ, ਮੜੀਆਂ ਕੋਲ ਲੰਘੇ ਨਾ, ਵਾਹਿਗੁਰੂ ਵਾਹਿਗੁਰੂ ਕਰਦਾ ਜਾਇਆ ਕਰ। ਜਦੋਂ ਦਾਤੇ ਦੀ ਹੋਈ ਕਿਰਪਾ, ਮੈਂ ਤ੍ਰਿਪੜੀ ਦੀ ਮੜੀਆਂ ਜਦੋਂ ਗਿਆ, ਮੈਂ ਕਹੋ ਹੋ ਇੱਥੇ 100-150 ਭੂਤ ਪ੍ਰੇਤ ਫਿਰ ਰਿਹਾ ਹੈ। ਪਰ ਮੈਂ ਇੰਨਾ ਪੜ੍ਹਿਆ ਸੀ ਵੀ ਭੂਤ ਪ੍ਰੇਤ ਆਮ ਕਿਸੇ ਨੂੰ ਕੁਛ ਨਹੀਂ ਕਹਿੰਦੇ। ਪਰ ਜੇ ਕਿਉਂਕਿ ਪਤਾ ਨਹੀਂ ਕਦੋਂ ਕਦੇ ਨੇ ਇਸ ਜੂਨੀ 'ਚ, ਅਗਰ ਕੋਈ ਉਹਨਾਂ ਦਾ ਦੁਸ਼ਮਣ ਉੱਥੇ ਆ ਗਿਆ ਮੜੀਆਂ 'ਚ, ਅਤੇ ਉਹਨਾਂ ਲਿਆ ਪਹਿਚਾਣ, ਫਲਾਣੇ ਜਨਮ 'ਚ ਨੇ ਮੈਨੂੰ ਕੁੱਟਿਆ ਸੀ ਜਾਂ ਆਹ ਕੀਤਾ, ਉਹਨੂੰ ਚੰਬੜ ਜਾਣਾ। ਵੀ ਚੱਲ ਬਈ ਹੁਣ ਡਿੱਕਿਆ ਤੂੰ। ਤਾਂ ਫਿਰ ਮੈਨੂੰ ਯਾਦ ਆ ਗਿਆ, ਬੇਬੇ ਕਹਿੰਦੀ ਵਾਹਿਗੁਰੂ ਵਾਹਿਗੁਰੂ ਕਰਦਾ ਜਾ ਕਰ, ਕਿਉਂਕਿ ਪਰਮਾਤਮਾ ਦੇ ਨਾਮ ਤੋਂ ਹਰ ਇੱਕ ਚੀਜ਼ ਡਰਦੀ ਹੈ ਨਾ। ਉਹ ਤੋਂ ਤਾਂ ਹਰ ਇੱਕ ਚੀਜ਼ ਡਰਦੀ ਪਰਮਾਤਮਾ ਦੇ ਨਾਮ ਤੋਂ। ਇਸ ਲਈ ਜਿਨ੍ਹਾਂ ਦੀ ਬਹੁਤ ਭਜਨ ਬੰਦਗੀ ਹੁੰਦੀ ਹੈ, ਭਾਵੇਂ ਭੂਤ ਨੂੰ ਪਤਾ ਵੀ ਲੱਗ ਜੇ ਮੇਰਾ ਦੁਸ਼ਮਣ ਹੈ, ਪਰ ਉਹਦੀ ਭਜਨ ਬੰਦਗੀ ਇਤਨੀ ਜ਼ਿਆਦਾ ਹੈ ਕਿ ਉਸ ਭੂਤ ਦੀ ਤਾਕਤ ਹੀ ਨਹੀਂ ਪੈਂਦੀ ਉਹਨੂੰ ਚੰਬੜਨ ਦੀ। ਉਹਦੀ ਆਪਣੀ ਭਜਨ ਬੰਦਗੀ ਬਹੁਤ ਹੈ, ਇਸ ਕਰਕੇ ਉਹਦੀ ਪੇਸ਼ ਨਹੀਂ ਜਾਂਦੀ ਹੈਗੀ। ਅੱਗੇ ਕਬੀਰ ਸਾਹਿਬ ਨੇ, ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੈ ਔਰ ਲਾਗੀ ਚੋਟ ਮਰਮ ਕੀ, ਰਿਹੋ ਕਬੀਰਾ ਠੌਰ। ਕਹਿ ਜਦੋਂ ਕੋਈ ਮਾਰ ਪੈਂਦੀ ਹੈ, ਬੰਦਾ ਹਾਲ ਪਾਰਿਆ ਕਰਦਾ, ਪੁਕਾਰ ਕਰਦਾ, ਨਾ ਮਾਰੋ ਹੋਏ, ਨਾ ਮਾਰੋ ਹੋਏ, ਛੁਡਾਓ ਹੋਏ, ਫਲਾਣਾ। ਜਦੋਂ ਫਿਰ ਹੋਰ ਜ਼ਿਆਦਾ ਦਰਦ ਹੁੰਦੀ ਹੈ, ਹੋਰ ਪੁਕਾਰ ਕਰਦਾ ਹੈ। ਪੀਰ ਮੈਨੇ ਪੀੜ ਦਰਦ, ਜਦ ਦਰਦ ਹੁੰਦੀ ਹੋਰ ਪੁਕਾਰ ਕਰਦਾ ਹੈ। ਲਾਗੀ ਚੋਟ ਮਰਮ ਕੀ, ਮਰਮ ਪਿਆਰ ਨੂੰ ਕਹਿੰਦੇ ਨੇ। ਪਰ ਜਿਨ੍ਹਾਂ ਨੇ ਰੱਬੀ ਪਿਆਰ ਦੀ ਚੋਟ ਵੱਜ ਗਈ ਨਾ, ਰਹਿਓ ਕਬੀਰਾ ਠੌਰ, ਉੱਥੇ ਜਿੱਥੇ ਹੈ ਉੱਥੇ ਬਹਿ ਜਾਂਦਾ। ਉਹਦੀ ਭਟਕਣਾ ਖਤਮ ਹੋ ਜਾਂਦੀ ਹੈ, ਉਹਦਾ ਰੋਣਾ ਪਿੱਟਣਾ ਖਤਮ ਹੋ ਜਾਂਦਾ ਹੈ। ਕਿਉਂ? ਉਹਨੂੰ ਰੱਬੀ ਪਿਆਰ ਦੀ ਸੱਟ ਵੱਜੀ, ਭਾਵ ਉਹਦੇ ਅੰਦਰ ਰੱਬੀ ਪਿਆਰ ਪੈਦਾ ਹੋ ਗਿਆ ਹੈ। ਉਹ ਆਪਣੇ ਪਿਆਰ ਦੇ ਆਨੰਦ 'ਚ ਹੀ ਬੈਠਾ ਬਸ। ਦੂਜਿਆਂ ਨੂੰ ਸੰਸਾਰਿਕ ਮਾਰਾਂ ਪੈਂਦੀਆਂ, ਕਦੇ ਕਾਮ ਦੀ, ਕਦੇ ਕ੍ਰੋਧ ਦੀ, ਕਦੇ ਲੋਭ ਦੀ, ਕਦੇ ਮੋਹ ਦੀ, ਕਦੇ ਹੰਕਾਰ ਦੀ। ਉਹਨਾਂ ਨੂੰ ਸੱਟਾਂ ਵੱਜਦੀਆਂ ਰਹਿੰਦੇ, ਰੋਂਦੇ ਪੜਦੇ ਨੇ, ਦੁਖੀ ਹੁੰਦੇ ਰਹਿੰਦੇ ਨੇ। ਪਰ ਜਿਹਨਾਂ ਨੂੰ ਪਿਆਰ ਦੀ ਸੱਟ ਵੱਜੀ ਨਾ, ਕਹਿੰਦੇ ਉਹ ਸਗੋਂ ਉੱਥੇ ਹੀ ਟਿਕ ਜਾਂਦੇ ਨੇ। ਉਹਨਾਂ ਦੀ ਭਟਕਣਾ ਖਤਮ ਹੈ। ਠੌਰ ਥਾਂ ਨੂੰ ਕਹਿੰਦੇ ਹਿੰਦੀ 'ਚ, ਠਵਰ। ਉਹ ਤਾਂ ਠੱਠਾ ਵਾਹ ਵਾਹ ਰਾਰੇ ਨਾਲ। ਜਦੋਂ ਠਵਰ ਹਿੰਦੀ ਤੋਂ ਪੰਜਾਬੀ 'ਚ ਬਣਦਾ, ਵਾਹ ਵਾਹ ਊੜੇ 'ਚ ਬਦਲ ਜਾਂਦਾ। ਨਾਮ ਨਾਉ, ਥਾਮ ਥਾਉ, ਕਹਿੰਦੇ ਨਾ ਆਪਾਂ, ਊੜੇ 'ਚ ਬਦਲ ਜਾਂਦੇ ਨੇ। ਕਿਵ ਕਿਉਂ, ਤਿਵ ਤਿਉਂ, ਜਿਵ ਜਿਉਂ, ਇਸ ਤਰ੍ਹਾਂ ਊੜੇ 'ਚ ਬਦਲਦੇ ਵਾਵੇ। ਇਸ ਕਰਕੇ ਠੌਰ ਹੈ। ਠੌਰ ਹੁੰਦਾ ਥਾਂ ਟਿਕਾਣਾ, ਉਹ ਫਿਰ ਟਿਕ ਜਾਂਦਾ, ਉਹਦਾ ਮਨ ਇੱਧਰ ਉੱਧਰ ਨੂੰ ਨਹੀਂ ਜਾਂਦਾ। ਕਬੀਰ ਚੋਟ ਸੁਹੇਲੀ ਸੇਲ ਕੀ, ਲਾਗਤ ਲੈ ਉਸਾਸ, ਚੋਟ ਸਹਾਰੈ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਸੁਹੇਲੀ ਹੁੰਦਾ ਸੌਖੀ ਸੁਖੀ, ਸੇਲ ਹੁੰਦਾ ਨੇਜ਼ਾ ਬਰਛਾ ਜਿਹਨੂੰ ਆਪਾਂ ਕਹਿੰਦੇ। ਕਹਿੰਦੇ ਜਿਹੜੇ ਨੇਜ਼ੇ ਦੀ ਸੱਟ ਹੈ ਨਾ, ਉਹ ਠੀਕ ਹੈ, ਬੰਦਾ ਲੈ ਉਸਾਸ, ਔਖੇ ਸਾਹ ਲੈਂਦਾ, ਸੱਟ ਵੱਜੀ ਨਾ, ਪਰ ਫਿਰ ਵੀ ਉਹਨੂੰ ਸਹਿ ਲੈਂਦਾ। ਉਹਨੂੰ ਸਹਿ ਲੈਂਦਾ। ਵਿੱਚੋਂ ਕੁਝ
ਮੁਲਿਆ ਕੋਈ ਦੇਰ ਬਾਅਦ ਸੱਟ ਜਿਹੀ ਹਟ ਗਈ, ਜਿਵੇਂ ਬੱਚਾ ਡਿੱਗ ਪਏ ਉਹ ਬਾਂਹ ਕਰਦਾ, ਉਹਨੂੰ ਸੱਟ ਨਹੀਂ ਵੱਜੀ ਹੁੰਦੀ। ਸਾਈਕੋਲੋਜੀ ਕਹਿੰਦੀ ਉਹਨੂੰ ਸੱਟ ਸੁੱਟ ਕੋਈ ਨਹੀਂ ਵੱਜੀ ਹੁੰਦੀ, ਉਹ ਤਾਂ ਸਿਰ ਆਪਣੀ ਮਾਂ ਦਾ ਧਿਆਨ ਖਿੱਚਦਾ ਆਪਣੇ ਵੱਲ ਨੂੰ, ਇਸ ਲਈ ਬਾਂਹ ਕਰਦਾ। ਤੁਸੀਂ ਤਜਰਬਾ ਕਦੇ ਵੇਖਣਾ ਕਰਨਾ ਪਏ, ਉਹਦੇ ਵੱਲ ਵੇਖੋ ਹੀ ਨਾ, ਉਹ ਛੇਤੀ ਹਟ ਜਾਏਗਾ ਰੋਣੋਂ। ਜੇ ਤੁਝੇ ਹਾਂ ਪੁੱਤ ਕੀ ਹੋ ਗਿਆ, ਸਗੋਂ ਬਾਂਹ ਕਰੇਗਾ ਵੀ ਹਾਂ। ਇਹ ਮਨੋਵਿਗਿਆਨ ਕਹਿੰਦੀ ਹੈ। ਤਾਂ ਹੀ ਕਹਿੰਦੇ ਉਹ ਕੀੜੀ ਦਾ ਆਟਾ ਡੁੱਲ ਗਿਆ, ਨਾ ਕੀੜੀ ਨਾ ਉਹਦਾ ਆਟਾ। ਭਾਵ ਬੱਚੇ ਦਾ ਧਿਆਨ ਸੱਟ ਵੱਲੋਂ ਹਟ ਕੇ ਉਹ ਕੀੜੀ ਵੱਲ ਨੂੰ ਹੋ ਜਾਏ, ਉਹ ਚੱਲ ਚੁੱਪ ਕਰ ਜਾਂਦਾ, ਉਹਦਾ ਧਿਆਨ ਹੀ ਦੂਜੇ ਪਾਸੇ ਲਾਉਣਾ। ਆਪਾਂ ਨੂੰ ਕੋਈ ਮੁਸੀਬਤ ਆ ਪਈ ਹੈ, ਆਪਾਂ ਦੁਖੀ, ਆਪਾਂ ਕਿਉਂ ਪਾਠ ਕਰਨ ਲੱਗ ਜਾਂਦੇ ਵੀ ਸਾਡਾ ਧਿਆਨ ਉਸ ਗੱਲ ਵੱਲੋਂ ਹਟ ਕੇ ਪਾਠ ਵੱਲ ਨੂੰ ਹੋ ਜਾਏ, ਅਸੀਂ ਸੁਖੀ ਹੋ ਜਾਵਾਂਗੇ। ਹੋਰ ਕੀ ਹੈ? ਪਾਠ ਦਾ ਮਤਲਬ ਤਾਂ ਤੁਹਾਡਾ ਧਿਆਨ ਉਹ ਦੁੱਖ ਵੱਲੋਂ, ਮੁਸੀਬਤ ਵੱਲੋਂ ਹਟਾ ਕੇ ਰੱਬ ਵਾਲੇ ਪਾਸੇ ਲਾਉਣਾ। ਗੱਲ ਤਾਂ ਧਿਆਨ ਦੀ ਹੈ। ਹੁਣ ਮੈਂ ਦੇਖਿਆ ਮਰੀਜ਼ ਹੈ, ਹਾਏ ਹਾਏ ਕਰ ਜਾਂਦਾ, ਡਾਕਟਰ ਜਿਉਂ ਹੀ ਕਮਰੇ 'ਚ ਹੁੰਦਾ ਹਾਏ ਹਾਏ ਕਰਨੋਂ ਹਟ ਜਾਂਦਾ। ਕਿਉਂ? ਉਹਦਾ ਧਿਆਨ ਡਾਕਟਰ ਵੱਲ ਨੂੰ ਹੋ ਗਿਆ ਵੀ ਡਾਕਟਰ ਆ ਕੇ ਹੁਣ ਨਹੀਂ ਮੈਂ ਮਰਦਾ, ਹੁਣ ਨਹੀਂ ਮੈਂ ਮਰਦਾ। ਉਹਦਾ ਧਿਆਨ ਡਾਕਟਰ ਵੱਲ ਨੂੰ ਹੋ ਗਿਆ ਹੈ, ਇਸ ਲਈ ਉਹਦਾ ਆਪਣੇ ਵੱਲੋਂ ਧਿਆਨ ਹਟ ਗਿਆ ਹੈ। ਮਾਂ ਬਹੁਤ ਜ਼ਿਆਦਾ ਬਿਮਾਰ ਪਈ ਹੈ ਮੰਜੇ 'ਤੇ, ਉਹ ਨਾ ਉੱਠ ਨਹੀਂ ਸਕਦੀ ਹੈਗੀ, ਆਪ ਇੰਨੀ ਬਿਮਾਰ ਹੈ। ਉਹਦੇ ਕੋਲ ਉਹਦਾ ਮੁੰਡਾ ਵੀ ਪਿਆ, ਛੋਟਾ ਜਿਹਾ ਮੁੰਡਾ, ਕਿਸੇ ਕਾਰਨ ਮੰਜੇ ਤੋਂ ਹੇਠਾਂ ਡਿੱਗ ਪਿਆ ਹੈ। ਮਾਂ ਉੱਠਣ ਜੋਗੀ ਨਹੀਂ, ਪਰ ਮੁੰਡੇ ਦਾ ਜਿਹੜਾ ਦੁੱਖ ਹੈ ਮਾਂ ਨੂੰ ਆਪਣੇ ਦੁੱਖ ਤੋਂ ਵੱਡਾ ਲੱਗ ਰਿਹਾ ਹੈ, ਇਸ ਲਈ ਮਾਂ ਆਪਣੀ ਸਾਰੀ ਤਾਕਤ ਇਕੱਠੀ ਕਰਕੇ ਨਾ ਉੱਠ ਪੈਂਦੀ ਹੈ ਅਤੇ ਬੱਚੇ ਨੂੰ ਚੱਕ ਕੇ ਫਿਰ ਮੰਜੀ 'ਤੇ ਰੱਖ ਲੈਂਦੇ, ਫਿਰ ਨਿਡਾਲ ਹੋ ਜਾਂਦੀ ਹੈ। ਕਿਉਂ? ਉਹਦੇ ਆਪਣੇ ਦੁੱਖ ਤੋਂ ਉਹਦੇ ਬੱਚੇ ਦਾ ਦੁੱਖ ਵੱਡਾ ਹੋ ਗਿਆ ਹੈ। ਉਹਦਾ ਆਪਣੇ ਦੁੱਖ ਵੱਲੋਂ ਧਿਆਨ ਹਟ ਕੇ ਬੱਚੇ ਦੇ ਦੁੱਖ ਵੱਲ ਚਲੇ ਜਾਂਦਾ ਹੈ। ਬਸ ਗੱਲ ਆ ਹੈ, ਇਸ ਲਈ ਉੱਠ ਪੈਂਦੀ ਉਹ, ਹਾਲਾਂਕਿ ਉੱਠਣ ਜੋਗੀ ਨਹੀਂ ਸੀ ਉਹ। ਇਸੇ ਤਰ੍ਹਾਂ ਅਗਲਾ ਕਹਿੰਦਾ ਜੀ ਵੀ ਬਾਣੀ ਕਿ ਮੈਂ ਵੀ ਧਿਆਨ ਹੀ ਦੇ ਹਟਾਉਣਾ, ਇਹ ਭੁੱਲਿਆ ਰੱਬ ਦਾ ਕੀ ਪਾਉਣਾ, ਇੱਧਰ ਪੁੱਟਣਾ ਇੱਧਰ ਰੋਣਾ। ਸੰਸਾਰ ਵੱਲੋਂ ਧਿਆਨ ਹਟਾ ਕੇ ਰੱਬ ਵਾਲੇ ਪਾਸੇ ਲਾਉਣਾ, ਇਸ ਲਈ ਆਪਾਂ ਅੱਗ ਲੱਗ ਜਾਂਦੇ। ਮਨ ਤੁਸੀਂ ਨੂੰਹ ਸੱਸ ਲੜ ਕੇ ਹਟੀਆਂ, ਜੇ ਤੁਸੀਂ ਪਾਠ ਨਹੀਂ ਕਰੋਗੇ ਉਹ ਪਤਾ ਮੱਚੀ ਹੀ ਜਾਓਗੇ ਦੋਨੋਂ ਕਿੰਨੀ ਦੇਰ ਤੱਕ। ਜੇ ਇੱਕ ਲੱਗ ਗਈ ਪਾਠ ਕਰਨ, ਹੌਲੀ ਹੌਲੀ 2-4 ਸਫ਼ੇ ਜਦੋਂ ਪੜ੍ਹੇਗੀ ਉਹਦਾ ਧਿਆਨ ਪਾਠ ਵੱਲ ਨੂੰ ਹੋ ਜਾਏਗਾ। ਹੌਲੀ ਹੌਲੀ ਉਹ ਜਿਹੜਾ ਸੀ ਭੁੱਲ ਭੁਲਾ ਜਾਵੇਗਾ, ਮਨ ਨੂੰ ਸ਼ਾਂਤੀ ਆ ਜਾਏਗੀ। ਤਾਂ ਕਬੀਰ ਸਾਹਿਬ ਕਹਿੰਦੇ ਜਿਹੜਾ ਸੇਲ ਹੈ ਨੇਜ਼ਾ, ਇਹਦੀ ਸੱਟ ਜਿਹੜੀ ਸਹਿਣੀ ਆਸਾਨ ਹੈ। ਠੀਕ ਹੈ, ਕੁਝ ਦੇਰ ਔਖੇ ਸਾਹ ਲੈ, ਲਾਗਤ ਲੈ ਉਸਾਸ ਔਖੇ ਸਾਹ ਲੈਣਾ। ਸੱਟ ਵੱਜੀ ਹੈ ਨੇਜ਼ੇ ਦੀ, ਪਰ ਕੋਈ ਦੇਰ ਔਖੇ ਸਾਹ ਲੈ ਕੇ ਫਿਰ ਉਸ ਨੂੰ ਉਹ ਸਹਿ ਲੈਂਦਾ ਹੈ। ਚੋਟ ਸਹਾਰਾ ਸ਼ਬਦ ਕੀ, ਪਰ ਜਿਹੜਾ ਗੁਰੂ ਦੇ ਸ਼ਬਦ ਦੀ ਸੱਟ ਸਹਿਣ ਕਰ ਲੈ ਨਾ, ਇਹੀ ਔਖਾ ਹੈ। ਗੁਰੂ ਦਾ ਸ਼ਬਦ ਕਦੇ ਕਦੇ ਹੀ ਸਾਡੇ 'ਤੇ ਤੀਰ ਵੱਜਦਾ ਕਿ ਗੁਰੂ ਵੀ ਤੀਰ ਛੱਡਦਾ ਰਹਿੰਦਾ ਹੈ। ਗੁਰੂ ਮਹਾਰਾਜ ਬਾਣੀ ਦੇ ਤੀਰ ਛੱਡਦੇ ਰਹਿੰਦੇ ਨੇ, ਛੱਡਦੇ। ਕਈ ਵਾਰੀ ਅਸੀਂ ਸਤੋ ਗੁਣੀ ਹੁੰਦੇ ਹਾਂ। ਜਦੋਂ ਅਸੀਂ ਸਤੋ ਗੁਣੀ ਹੁੰਦੇ ਹਾਂ, ਉਸ ਵੇਲੇ ਜਦੋਂ ਅਸੀਂ ਬਾਣੀ ਸੁਣੀ ਜਾਂ ਪੜ੍ਹੀ, ਸਾਡੇ 'ਤੇ ਸਿੱਧਾ ਹੀ ਉਹਦਾ ਤੀਰ ਆ ਕੇ ਵੱਜਿਆ। ਭਾਵ ਅਸੀਂ ਪ੍ਰਭਾਵਿਤ ਹੋ ਗਏ, ਇੱਕਦਮ ਬਦਲ ਗਏ, ਇੱਕਦਮ ਬਦਲ ਗਏ। ਭਾਗਾਂ 'ਚ ਤਾਂ ਲਿਖਿਆ ਹੁੰਦਾ। ਹੁਣ ਦੇਖੋ ਤੀਸਰੇ ਪਾਤਸ਼ਾਹ, ਭਾਗਾਂ 'ਚ ਲਿਖਿਆ ਤੂੰ ਬਹੁਤ ਵੱਡੇ ਸੰਤ ਬਣੋਗੇ ਤੁਸੀਂ, ਠੀਕ ਹੈ, ਪਰ ਨਹੀਂ ਪਤਾ ਨਹੀਂ। ਹੁਣ ਪਰਮਾਤਮਾ ਨੇ ਭਾਗਾਂ 'ਤੇ ਲਿਖਤਾ, ਹੁਣ ਭਾਗ ਵੀ ਤਾਂ ਜਗਾਉਣੇ ਨੇ, ਤਾਂ ਹੀ ਉਹਨੂੰ ਪਤਾ ਲੱਗੂ ਨੇ ਭਾਗ ਜਾਗਣਗੇ। ਤੇ ਆਪੇ ਹੀ ਪਰਮਾਤਮਾ ਨੇ ਵਿਧ ਬਣਾਈ, ਆਪੇ ਹੀ। ਉਹ ਪੰਡਿਤ ਨੇ ਆ ਕੇ ਚਰਨੀ ਹੱਥ ਲਾਗਤਾ, ਉਹ ਉੱਠੇ, ਕਹਿੰਦੇ ਪੰਡਿਤ ਜੀ ਮੱਥਾ ਤੇ ਮੈਂ ਤੁਹਾਨੂੰ ਟੇਕਣਾ ਸੀ, ਤੁਸੀਂ ਮੈਨੂੰ ਟੇਕਦੇ। ਉਹ ਕਹਿੰਦੇ ਮੈਂ ਤਾਂ ਤੁਹਾਨੂੰ ਮੱਥਾ ਤਾਂ ਟੇਕਿਆ ਤੁਹਾਡੇ ਚਰਨਾਂ 'ਚ ਪਦਮ ਹੈ, ਅਤੇ ਪਦਮ ਜਾਂ ਤਾਂ ਚੱਕਰਵਰਤੀ ਰਾਜ ਦੇ ਪੈਰਾਂ 'ਚ ਹੁੰਦਾ, ਅਤੇ ਜਾਂ ਬਹੁਤ ਵੱਡਾ ਕੋਈ ਸੰਤ ਮਹਾਤਮਾ ਉਹਦੇ ਪੈਰਾਂ 'ਚ ਹੁੰਦਾ। ਮੈਂ ਤੁਹਾਡੇ ਕੱਪੜਿਆਂ ਤੋਂ ਅੰਦਾਜ਼ਾ ਲਾਇਆ ਵੀ ਰਾਜੇ ਤਾਂ ਤੁਸੀਂ ਹੈ ਨਹੀਂ, ਤੁਸੀਂ ਬਹੁਤ ਵੱਡੇ ਮਹਾਤਮਾ ਹੋ,
ਉਹ ਕਹਿੰਦੇ ਭਰਾਵਾ ਨਾ ਮੈਂ ਰਾਜਾ ਨਾ ਮੈਂ ਮਹਾਤਮਾ। ਉਹ ਕਹਿੰਦੇ ਇਹ ਕਿਵੇਂ ਹੋ ਸਕਦਾ? ਅਗਲੇ ਨੂੰ ਵੀ ਆਪਣੀ ਵਿੱਦਿਆ ਤੇ ਮਾਣ ਹੈ, ਇਹ ਕਿਵੇਂ ਹੋ ਸਕਦਾ ਵੀ ਪੈਰ 'ਚ ਪਦਮ ਹੋਵੇ ਤੇ ਸਾਧੂ ਨਾ ਹੋਵੇ? ਗੱਲਾਂ ਬਾਤਾਂ ਕਰਦਿਆਂ ਪਤਾ ਲੱਗਿਆ ਵੀ ਉਹ ਬਾਬਾ ਅਮਰਦਾਸ ਜੀ ਨਗੋਰੇ ਨੇ। ਕਹਿੰਦੇ ਮਹਾਂਪੁਰਖੋ, ਬਜ਼ੁਰਗੋ, ਤੁਹਾਡੇ ਭਾਗਾਂ 'ਚ ਨਾ ਬਹੁਤ ਵੱਡਾ ਸਾਧੂ ਬਣਨਾ ਲਿਖਿਆ ਹੋਇਆ ਹੈ, ਪਰ ਤੁਸੀਂ ਆਪਣੇ ਭਾਗ ਨਹੀਂ ਜਗਾਏ। ਤੁਸੀਂ ਗੁਰੂ ਧਾਰਨ ਕਰ ਲਓ, ਤੁਹਾਡੇ ਭਾਗ ਜਾਗ ਪੈਣਗੇ। ਜਿਉਂ ਹੀ ਭਾਗ ਜਾਗਣਗੇ ਤੁਸੀਂ ਮਹਾਂਪੁਰਖ ਹੋ ਜਾਓਗੇ। ਅਤੇ ਉਹੀ ਗੱਲ ਹੋਈ ਫਿਰ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਧਾਰਨ ਕੀਤਾ, ਸੇਵਾ ਕੀਤੀ, ਆਪ ਗੁਰੂ ਬਣ ਗਏ। ਪਰਮਾਤਮਾ ਭਾਗ ਲਿਖਦਾ ਹੈ, ਪਰ ਹੁਣ ਕਿਉਂਕਿ ਲਿਖਿਆ ਜਗਾਉਣਾ ਵੀ ਤੂੰ ਨਹੀਂ ਹੈ, ਉਹ ਸਬੱਬ ਬਣਾਉਂਦਾ, ਉਹ ਸਬੱਬ ਬਣਾਉਂਦਾ। ਜੇ ਬਦਕਿਸਮਤੀ ਲਿਖਤੀ ਹੈ ਤੁਹਾਡੇ ਭਾਗਾਂ 'ਚ, ਤਾਂ ਉਹ ਵੀ ਇੱਕ ਸਬੱਬ ਬਣੇਗਾ ਤੁਹਾਨੂੰ ਸਜ਼ਾ ਮਿਲਣ ਦਾ, ਹੋਰ ਨੁਕਸਾਨ ਹੋਣ ਦਾ, ਉਹ ਸਬੱਬ ਬਣੇਗਾ, ਕਿਉਂਕਿ ਲਿਖਤਾ ਹੈਗਾ। ਇਸ ਲਈ ਕਹਿੰਦੇ ਜਿਹੜਾ ਗੁਰੂ ਦਾ ਜਿਹੜਾ ਸ਼ਬਦ ਹੈ, ਉਹਦੀ ਚੋਟ ਸਹਾਰਨੀ ਬੜੀ ਔਖੀ ਹੈ। ਕਿਉਂ? ਹੁਣ ਤਾਂ ਇੱਕਦਮ ਹੀ ਪਰਿਵਰਤਨ ਲੈ ਆਉਣਾ, ਇੱਕਦਮ ਪਰਿਵਰਤਨ ਆ ਜਾਣਾ ਹੈ। ਜਦੋਂ ਗੁਰੂ ਅੰਗਦ ਦੇਵ ਮਹਾਰਾਜੇ ਗੁਰੂ ਨਹੀਂ ਸਨ, ਭਾਈ ਲਹਿਣਾ ਜੀ ਸਨ, ਉੱਥੋਂ ਦੇ ਇੱਕ ਗੁਰੂ ਨਾਨਕ ਦਾ ਸਿੱਖ ਉਸੇ ਪਿੰਡ 'ਚ ਹੀ ਰਹਿੰਦਾ। ਦੋਨੋਂ ਨੇ ਨਹਾਉਣ ਆ ਗਏ ਖੂਹ 'ਤੇ। ਸਿੱਖ ਨਹਾ ਕੇ ਹਟਿਆ, ਉਹ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ, ਖੂਹ ਦੀ ਮੌਣ 'ਤੇ ਬੈਠ ਗਏ। ਭਾਈ ਲਹਿਣਾ ਜੀ ਨਹਾਉਣ ਲੱਗ ਗਏ ਨੇ। ਹੁਣ ਉਸੇ ਵੇਲੇ ਦੇ ਗੁਰੂ ਨਾਨਕ ਦੀ, ਉਸੇ ਵੇਲੇ ਦੇ ਭਾਈ ਲਹਿਣਾ ਜੀ ਨੇ ਜੋ ਜਪਜੀ ਸਾਹਿਬ ਲਿਖਿਆ ਸਾਰੀ ਸਮਝ ਆ ਰਹੀ ਭਾਈ ਲਹਿਣਾ ਜੀ ਨੂੰ। ਉਹਨੇ ਦੇਖਿਆ ਇਹ ਤਾਂ ਨਵਾਂ ਗਿਆਨ ਹੈ, ਵੀ ਮੈਂ ਜੋ ਗ੍ਰੰਥ ਪੜ੍ਹੇ ਨੇ ਉਹਨੇ ਤਾਂ ਗਿਆਨ ਹੀ ਨਹੀਂ, ਇਹ ਤਾਂ ਗਿਆਨ ਹੀ ਨਵੇਂ। ਕਹਿੰਦੇ ਭਾਈ ਤੂੰ ਕਿਹਦੀ ਬਾਣੀ ਪੜ੍ਹ ਰਿਹਾ? ਕਹਿੰਦੇ ਮੈਂ ਗੁਰੂ ਨਾਨਕ ਦੇਵ ਪੜ੍ਹ ਰਿਹਾ। ਕਹਿੰਦੇ ਉਹ ਕਿੱਥੇ ਰਹਿੰਦੇ ਨੇ? ਕਹਿੰਦੇ ਉਹ ਕਰਤਾਰਪੁਰ ਰਹਿੰਦੇ ਨੇ। ਬਸ ਮਨ 'ਚ ਫੈਸਲਾ ਕਰ ਲਿਆ ਵੀ ਅਗਲੀ ਵਾਰੀ ਜਦੋਂ ਜਵਾਲਾ ਜਾਊਂਗਾ ਦੇਵੀ ਦੇ ਦਰਸ਼ਨ ਕਰਨ, ਮੈਂ ਗੁਰੂ ਨਾਨਕ ਦੇਵ ਨੂੰ ਮਿਲ ਕੇ ਜਾਵਾਂਗਾ। ਬਸ ਫਿਰ ਇੱਕੋ ਵਾਰੀ ਮਿਲੇ ਤੇ ਉੱਥੇ ਹੀ ਰਹਿ ਗਏ, ਉੱਥੇ ਰਹਿ ਗਏ। ਇਹ ਹੈ ਸ਼ਬਦ ਦੀ ਚੋਟ ਵੱਜਣਾ, ਉੱਥੇ ਹੀ ਰਹਿ ਗਏ। ਕੋਈ ਦਿਨਾਂ ਬਾਅਦ ਆਗਿਆ ਲਈ ਮੈਂ ਆਪਣੇ ਪੁੱਤਰਾਂ ਨੂੰ ਜਿਹੜਾ ਵਪਾਰ ਹੈ ਉਹ ਸਮਝਾਵਾਂ ਜੀ ਵੀ ਆਪਾਂ ਕਿਸ ਤੋਂ ਕੀ ਲੈਣ ਦੇਣਾ, ਮੁੜ ਕੇ ਆ ਜਾ। 7 ਸਾਲ ਫਿਰ ਉੱਥੇ ਰਹੇ, ਮੁੜ ਕੇ ਘਰ ਨਹੀਂ ਗਏ। ਇਹ ਹੈ ਸ਼ਬਦ ਦੀ ਚੋਟ ਵੱਜਣਾ। ਚੋਟ ਸਹਾਰਾ ਸ਼ਬਦ, ਜਿਹੜਾ ਨਾਮ ਦੇ ਗੁਰੂ ਦੇ ਦਿੱਤੇ ਸ਼ਬਦ ਦੀ ਜਿਹੜੀ ਚੋਟ ਸਹਾਰ ਲੈਂਦਾ ਨਾ, ਦਾਸ ਗੁਰੂ ਕਹਿੰਦੇ ਉਹ ਮੇਰਾ ਗੁਰੂ ਹੈ, ਮੈਂ ਦਾਸ, ਮੈਂ ਉਹਦਾ ਦਾਸ ਹਾਂ। ਉਹ ਗੁਰੂ ਹੈ, ਮੈਂ ਉਸ ਦਾ ਦਾਸ ਹਾਂ। ਸੋ ਇਸ ਲਈ ਕਬੀਰ ਚੋਟ ਸੁਹੇਲੀ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ। ਇਹ ਦੇ ਨੂੰ ਕੀ ਪੜ੍ਹਨਾ? ਦੇ, ਕਿਉਂਕਿ ਤੂੰ ਆ ਗਿਆ ਹੈ। ਜਦੋਂ ਤੂੰ ਆ ਜੇ, ਮੈਂ ਆ ਜੇ, ਹਉ ਆ ਜੇ, ਤਾਂ ਅੱਗੇ ਜਿਹੜੀ ਕਿਰਿਆ ਹੈ ਉਹ ਨਕਰਾਂ ਹੀ ਬੋਲੀ ਜਾਂਦੀ ਹੈ। ਦੇ ਨੂੰ ਪੜਾਂਗੇ ਦੇ, ਜਾ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ। ਕਬੀਰ ਸਾਹਿਬ ਮਸੀਤ ਕੋਲੋਂ ਲੰਘ ਰਹੇ ਨੇ, ਦੇਖਿਆ ਮੁੱਲਾ ਛੱਤ 'ਤੇ ਚੜ੍ਹਿਆ ਹੋਇਆ, ਬਾਂਗ ਦੇ ਰਿਹਾ, ਅੱਲਾਹੂ ਅਕਬਰ, ਅੱਲਾਹੂ ਅਕਬਰ। ਸ਼ਬਦੀ ਅਰਥ ਹੈ ਅਕਬਰ ਹੁੰਦਾ ਵੱਡਾ, ਬਈ ਅੱਲਾ ਸਭ ਤੋਂ ਵੱਡਾ ਹੈ। ਬਾਂਗ ਦੇ ਰਿਹਾ ਵੀ ਭਾਈ ਵੇਲਾ ਹੋ ਗਿਆ ਨਮਾਜ਼ ਦਾ, ਅਤੇ ਆ ਕੇ ਤੁਸੀਂ ਨਮਾਜ਼ ਪੜ੍ਹੋ। ਬਾਂਗ ਦੀ, ਜਿਵੇਂ ਪੁਰਾਣੇ ਜ਼ਮਾਨੇ ਸੰਖ ਪੂਰਿਆ ਕਰਦੇ ਸਨ ਮੰਦਰ ਦੇ ਗੁਰਦੁਆਰਿਆਂ 'ਚ, ਵੀ ਲੋਕਾਂ ਨੂੰ ਪਤਾ ਲੱਗ ਜਾਏ। ਕਬੀਰ ਸਾਹਿਬ ਉਹਨੂੰ ਕਹਿੰਦੇ ਮੁੱਲਾ ਨੂੰ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਹੇ ਮੁੱਲਾ ਤੂੰ ਮਸੀਤ ਦੀ ਛੱਤ 'ਤੇ ਕਿਉਂ ਚੜ੍ਹੇ? ਸਾਈਂ ਨਾ ਬਹਿਰਾ ਹੋਏ, ਬਹਿਰਾ ਹਿੰਦੀ ਬੋਲੇ ਨੂੰ ਕਹਿੰਦੇ। ਇੱਕ ਬਹਿਰਾ ਜਿਹੜੇ ਹੋਟਲਾਂ 'ਚ ਨੌਕਰ ਨੇ ਉਹਨੂੰ ਵੀ ਬਹਿਰੇ ਕਹਿੰਦੇ ਨੇ, ਉਹਨਾਂ ਨੂੰ ਬਹਿਰੇ ਕਹਿੰਦੇ ਜਿਹੜੇ ਹੋਟਲਾਂ 'ਚ ਨੌਕਰ ਹੁੰਦੇ ਨੇ। ਇੱਥੇ ਬਹਿਰਾ ਤਾਂ ਮਤਲਬ ਹੈ ਬੋਲਾ। ਕਹਿੰਦੇ ਪਰਮਾਤਮਾ ਕੋਈ ਬੋਲਾ ਥੋੜ੍ਹਾ ਹੀ ਹੈ ਜਿਹਨੂੰ ਤੂੰ ਆਵਾਜ਼ਾਂ ਮਾਰੇ ਉੱਚੀ ਉੱਚੀ। ਕਬੀਰ ਸਾਹਿਬ ਕਹਿੰਦੇ ਤੂੰ ਮੁਨਾਰੇ 'ਤੇ ਚੜ੍ਹ ਕੇ, ਛੱਤ 'ਤੇ ਚੜ੍ਹ ਕੇ ਰੱਬ ਨੂੰ ਆਵਾਜ਼ਾਂ ਮਾਰੇ, ਰੱਬ ਕੋਈ ਬੋਲਾ ਕਹਿੰਦਾ?
ਜਾ ਕਾਰਨ ਤੂੰ ਬਾਂਗ ਦੇ। ਜਿਸ ਰੱਬ ਦੇ ਅੱਲਾ ਦੀ ਖਾਤਰ ਤੂੰ ਬਾਂਗ ਦੇ ਰਿਹਾ ਨਾ, ਦਿਲ ਹੀ ਭੀਤਰ ਜੋਏ। ਜੋ ਕਹਿੰਦਾ ਵੇਖੋ, ਉਹਨੂੰ ਆਪਣੇ ਅੰਦਰ ਹੀ ਵੇਖ। ਅੱਲਾ ਤਾਂ ਤੇਰੇ ਅੰਦਰ ਹੈ, ਅਤੇ ਤੂੰ ਉਚਾਈ 'ਤੇ ਚੜ੍ਹ ਕੇ ਵਾਜਾ ਮਾਰਿਆ, ਵਾਜਾ ਮਾਰਿਆ। ਜਿਵੇਂ ਆਪਣੇ ਕੋਲ ਨਾਲ ਹੀ ਹੋਵੇ ਤਾਂ ਉੱਚੀ ਉੱਚੀ ਵਾਜਾ ਮਾਰੀ ਜਾਈਏ। ਔਰ ਕਹੇ ਯਾਰ ਤੇਰੇ ਨਾਲ ਹੀ ਤਾਂ ਮੈਂ ਜਾ ਰਿਹਾ। ਉਹ ਕਹਿਣ ਦਾ ਮਤਲਬ ਹੈ ਬਈ ਲੋਕ ਵਿਖਾਵੇ ਨਹੀਂ ਕਰਨੇ। ਜਿੱਥੇ ਕੋਈ ਚੀਜ਼ ਹੈ ਤੁਹਾਨੂੰ ਉੱਥੋਂ ਹੀ ਮਿਲੇਗੀ। ਪਰਮਾਤਮਾ ਸਾਡੇ ਅੰਦਰ ਹੈ, ਇਹ ਅੰਦਰੋਂ ਹੀ ਮਿਲੇਗਾ। ਲੋਕ ਬਾਹਰ ਲੱਭਣੇ, ਕੋਈ ਜੰਗਲਾਂ 'ਚ, ਕੋਈ ਪਹਾੜਾਂ 'ਤੇ, ਕੋਈ ਕਿਤੇ ਜਾਂਦਾ ਸੀ। ਸਿੱਖ ਧਰਮ ਨੇ ਬੜਾ ਸੌਖਾ ਕਰਤਾ ਵੀ ਪਰਮਾਤਮਾ ਤੁਹਾਡੇ ਅੰਦਰ ਹੈ, ਕਿੱਥੇ ਭੱਜ ਫਿਰਦੇ ਹੋ? ਤੁਸੀਂ ਜਿੱਥੇ ਹੋ ਉੱਥੇ ਟਿਕੋ। ਗੱਲ ਤੇ ਨਾਮ ਜਪ ਕੇ ਉਹਨੂੰ ਅੰਦਰੋਂ ਪ੍ਰਗਟ ਕਰਨ ਦੀ ਹੈ। ਸੋ ਕਹਿੰਦੇ ਹੇ ਸ਼ੇਖ, ਹੇ ਮੁੱਲਾ, ਤੂੰ ਮਨਾਰੇ 'ਤੇ ਮਸੀਤ ਦੀ ਛੱਤ 'ਤੇ ਚੜ੍ਹ ਕੇ ਕੀ ਆਵਾਜ਼ਾਂ ਮਾਰੇ ਹੈ? ਪਰਮਾਤਮਾ ਕੋਈ ਭੋਲਾ ਥੋੜ੍ਹਾ ਹੀ ਹੈ। ਜਿਸ ਪਰਮਾਤਮਾ ਦੀ ਖਾਤਰ ਤੂੰ ਆਵਾਜ਼ਾਂ ਮਾਰੇ, ਦਿਲ ਹੀ ਭੀਤਰ ਜੋਏ। ਉਹਨੂੰ ਆਪਣੇ ਦਿਲ ਦੇ ਵਿੱਚ ਹੀ ਵੇਖ ਲੈ, ਉਹ ਤਾਂ ਤੇਰੇ ਅੰਦਰ ਹੀ ਹੈ। ਸੋ ਅਸੀਂ ਉਹਨੂੰ ਅੰਦਰੋਂ ਹੀ ਲੱਭਣਾ। ਅਤੇ ਗੁਰੂਆਂ ਨੇ ਬਹੁਤ ਸੌਖਾ ਢੰਗ ਦਿੱਤਾ ਹੈ ਕਿ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀ ਜਾਓ, ਸਮਾਂ ਪਾ ਕੇ ਆਪੇ ਉਹ ਪ੍ਰਗਟ ਹੋ ਜਾਏਗਾ। ਬਸ ਸਾਡਾ ਕੰਮ ਹੈ ਨਾਮ ਜਪੀ ਜਾਣਾ। ਉਹ ਜਦੋਂ ਠੀਕ ਸਮਝੇਗਾ ਉਹ ਪ੍ਰਗਟ ਹੋ ਜਾਏਗਾ, ਆਪਣੇ ਦਰਸ਼ਨ ਦੇ ਦੇਗਾ। ਜਦੋਂ ਪਰਮਾਤਮਾ ਦਰਸ਼ਨ ਦੇ ਅਸੀਂ ਬ੍ਰਹਮ ਗਿਆਨੀ ਹੋ ਜਾਵਾਂਗੇ। ਔਰ ਕੀ ਨਿਬੜ ਜਾਏਗਾ ਕੰਮ, ਜੰਮਣ ਮਰਨ ਦਾ ਚੱਕਰ ਸਮਾਪਤ ਹੋ ਜਾਏਗਾ। ਸਤਿਕਾਰਯੋਗ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।